5-7 ਸਾਲਾਂ ਤੋਂ ਦੇਖੀਏ, ਜਦੋਂ ਤੋਂ ਬਰਗਾੜੀ ਦੀ ਘਟਨਾ ਹੋਈ ਹੈ ਜੀ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਕਹਿੰਦਾ ਕਿ 200 ਤੋਂ ਵੱਧ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੈ। ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਹ ਕਹਿ ਕੇ ਦੋਸ਼ੀ ਨੂੰ ਇੱਕ ਪ੍ਰਿਵਿਲੇਜ ਦੇ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ, ਕਿ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਤੇ ਬਰਗਾੜੀ ਦੇ ਮਾਮਲੇ 'ਚ ਤਾਂ ਇਹ ਚਿੱਟੇ ਦਿਨ ਵਾਂਗੂ ਸਾਡੇ ਸਾਹਮਣੇ ਹੈ। ਸਾਰਾ ਸਰਕਾਰ ਸੰਕੇਤ ਕਰਦੀ ਹੈ, ਸਿੱਖਾਂ ਨੂੰ ਚੜਾਉਂਦੀ ਵੀ ਹੈ ਤੇ ਸਿੱਖਾਂ ਨੂੰ ਖਿਜਾਉਂਦੀ ਵੀ ਹੈ ਜੀ, ਕਿ ਤੁਸੀਂ ਕਰ ਲਓ ਜੋ ਕਰਨਾ, ਅਸੀਂ ਤਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੇ। ਕਿ ਤੁਸੀਂ ਕੀ ਭਾਲਦੇ ਹੋ ਸਿੱਖੋ, ਤੁਹਾਡੇ ਤਾਂ ਉੱਤੇ ਜਿਹੜੀ ਚੀਜ਼ ਬਿਠਾਈ ਹੋਈ ਹੈ ਉਹ ਵੀ ਸਾਡੀ ਮੁੱਠੀ 'ਚ ਹੈ, ਉਹ ਵੀ ਸਾਡੇ ਇਸ਼ਾਰਿਆਂ ਤੇ ਕੰਮ ਕਰਦੀ ਹੈ। ਦੇਖੋ ਤੁਹਾਡੇ ਬੰਦੇ ਨੂੰ ਉਹਨਾਂ ਨੇ ਹੀ ਗ੍ਰਿਫਤਾਰ ਕਰਵਾ ਦਿੱਤਾ, ਤਾਂ ਉਹੋ ਹੀ ਬੰਦੇ ਕਹਿ ਰਹੇ ਨੇ ਕਿ ਜੀ ਬੇਰਹਿਮੀ ਨਾਲ ਮਾਰਿਆ, ਬੰਦਾ ਨਹੀਂ ਸੀ ਮਾਰਨਾ ਚਾਹੀਦਾ, 3 ਧੀਆਂ ਦਾ ਪਿਓ ਸੀ, ਜਾਂ ਏਦਾਂ ਸੀ ਓਦਾਂ ਸੀ, ਅਮਲੀ ਸੀ, ਅਮਲੀ ਨੂੰ ਮਾਰ ਕੇ ਕੀ ਮਿਲ ਗਿਆ। ਉਹ ਹੈ ਗਿਣਤੀ ਦੇ ਨੇ ਬੰਦੇ ਜੀ, ਪਰ ਬਿਲਕੁਲ ਉਹਨਾਂ ਤੇ ਉਹ ਗੱਲ ਢੁਕਦੀ ਹੈ ਵੀ ਜਦੋਂ ਕਾਂ ਨੂੰ ਟੰਗ ਦੋ ਨਾ ਮਾਰ ਕੇ, ਤੇ ਫਿਰ ਬਹੁਤ ਸਾਰੇ ਕਾਂ ਇਕੱਠੇ ਹੋ ਜਾਂਦੇ ਨੇ। ਮੈਂ ਸਲੂਟ ਕਰਦਾ ਜੀ। ਮੈਂ ਸੋਚਦਾ ਹੁੰਦਾ ਸੀ ਕਿ ਨਿਹੰਗ ਸਿੰਘ ਕਿੱਥੇ ਗੱਲ ਕਰ ਸਕਦੇ ਨੇ ਜੀ ਵਧੀਆ ਢੰਗ ਨਾਲ, ਦਲੀਲ ਨਾਲ, ਜਾਂ ਕਿੱਥੇ ਮਤਲਬ ਏਦਾਂ ਦੀ ਗੱਲ ਹੁੰਦੀ ਹੈ। ਮਤਲਬ ਇੱਕ ਮਨ ਦੇ ਵਿੱਚ ਚਾਅ ਜਾਂ ਆਮ ਬੰਦਾ ਜਦੋਂ ਸੁਣੂਗਾ ਨਾ ਹੁਣ ਇਹ ਨਿਹੰਗ ਸਿੰਘਾਂ ਨੂੰ, ਉਹਦਾ ਦਿਲ ਕਰੂਗਾ ਮੈਂ ਵੀ ਨਿਹੰਗ ਬਣ ਜਾ। ਉਹ ਨਿਹੰਗ ਸਿੰਘ ਨੇ ਇੰਨੀ ਵਧੀਆ ਗੱਲ ਕੀਤੀ, ਕਹਿੰਦਾ ਵੀ ਇਹਨੂੰ ਖਾਲਿਸਤਾਨ ਨਾਲ ਨਾ ਜੋੜਿਓ, ਇਹ ਸਾਡਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਧਰਮ ਦੀ ਗੱਲ ਹੈ ਜੀ। ਇਹਨੇ ਸਪਸ਼ਟ ਸ਼ਬਦਾਂ 'ਚ ਕਹੀ ਉਹਨੇ ਗੱਲ, ਕਿੰਨੇ ਸੋਹਣੇ ਤਰੀਕੇ ਨਾਲ ਕਹੀ। ਜੇ 1947 ਤੋਂ ਲੈ ਕੇ ਹੁਣ ਤੱਕ ਜੀ ਬੇਅਦਬੀ ਦੀ ਘਟਨਾ ਤੇ ਜੇ ਮੌਕੇ ਤੇ ਸਜ਼ਾ ਦਿੱਤੀ ਹੈ ਤਾਂ ਇਹ ਘਟਨਾ ਹੋਈ ਹੈ ਜੀ, ਪਹਿਲੀ ਘਟਨਾ। ਇਹਨੂੰ ਇੱਕ ਇਨਕਲਾਬੀ ਘਟਨਾ ਕਿਹਾ ਜਾਊਗਾ। ਇਸ ਨੇ ਆਉਣ ਵਾਲੇ ਸਮੇਂ ਤੇ ਅਸਰ ਪਾਉਣਾ, ਇਤਿਹਾਸਕ ਅਸਰ ਪੈਣਾ ਇਸ ਘਟਨਾ ਦਾ। ਉਹ ਕਹਿੰਦੇ ਆ ਵੀ ਜੇ ਇਸ ਨੂੰ ਸੋਧਾ ਲਾਣਾ ਹੀ ਸੀ, ਕਿਉਂ ਨਾ ਇਸ ਨੂੰ ਥੋੜਾ ਜਿਹਾ ਬਾਹਰ ਜਾ ਕੇ ਲਾ ਦਿੰਦੇ, ਵੀ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਹੀ ਕਿਉਂ ਲਾਇਆ ਗਿਆ। ਦੇਖੋ ਜਿੱਥੇ ਬੇਅਦਬੀ ਹੋਈ ਹੈ, ਜੇ ਉੱਥੇ ਹੀ ਭੋਗ ਪੈ ਜੇ ਨਾਲ ਦੀ ਨਾਲ, ਹਨਾ, ਤਾਂ ਮੈਨੂੰ ਲੱਗਦਾ ਕੋਈ ਇਹਦੇ 'ਚ ਮਾੜੀ ਗੱਲ ਨਹੀਂ ਹੋਈ। ਤੁਸੀਂ ਉਹਨਾਂ ਨੂੰ ਬੁਲਾ ਕੇ ਲੰਗਰ ਛਕਾਉਂਦੇ ਸੀ, ਉੱਥੇ ਬਿਠਾਉਂਦੇ ਸੀ ਉਹਨਾਂ ਪੱਤਰਕਾਰਾਂ ਨੂੰ, ਉਹ ਲੰਗਰ ਛਕਦੇ ਸੀ, ਬੈਠਦੇ ਸੀ, ਛਕ ਛੁਕ ਕੇ ਫੇਰ ਵੀ ਛਕ ਛੁਕ ਕੇ ਲੰਗਰ ਦਾ ਪਾਣੀ ਦਾ ਪੀ ਕੇ ਗਲਾਸ ਢਕਾਰ ਮਾਰ ਕੇ ਮਾਈਕ ਜਾਗੇ ਕਰਕੇ ਕਹਿੰਦੇ ਸੀ ਆਪਕੋ ਫੰਡ ਕਹਾਂ ਸੇ ਆ ਰਹੇ, ਵੀ ਹੱਦ ਹੈ ਭਰਾਵਾ। ਫਿਰ ਇਹ ਤੁਹਾਨੂੰ ਲੱਗਦਾ ਨਹੀਂ RSS ਨੇ ਇੱਕ ਵਾਰੀ ਬਿਆਨ ਦਿੱਤਾ ਸੀ ਵੀ ਤੁਹਾਡੇ ਜਿਹੜੇ ਜਥੇਦਾਰ ਹੈ ਉਹਨਾਂ ਦੀਆਂ ਤਨਖਾਹਾਂ ਤਾਂ ਅਸੀਂ ਦਿੰਦੇ ਆ। ਤਨਖਾਹਾਂ ਉਹ ਨਹੀਂ ਦਿੰਦੇ, ਸਾਡੀਆਂ ਜੁੱਤੀਆਂ ਸਾਡੇ ਸਿਰ ਨੇ, ਤਖਤ ਸਾਡੇ ਨੇ, ਜਥੇਦਾਰ ਉਹਨਾਂ ਦੇ ਨੇ, ਸਥਾਨ ਸਾਡੇ ਨੇ, ਮੁਲਾਜ਼ਮ ਉਹਨਾਂ ਦੇ ਨੇ, ਤਨਖਾਹਾਂ ਸਾਡੀਆਂ ਨੇ, ਸਿਰ ਸਾਡਾ, ਚੜਾਵਾ ਅਸੀਂ ਚੜਾਉਂਦੇ ਹਾਂ। ਠੀਕ ਹੈ ਨਾ। ਹੱਲ ਕੀ ਹੈ, ਅਲਟਰਨੇਟ ਕੀ ਹੈ? ਲੋਕਾਂ ਨੂੰ ਜਾਗਣਾ ਪਊਗਾ। ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕਾਲਰ ਤੋਂ ਫੜਨਾ ਪੈਣਾ। ਕਾਲਰ ਤੋਂ ਫੜ ਲਓ ਤੇ ਉਹ ਨੇਚਰਲੀ ਵੀ ਇਹ ਇਲਾਜ ਹੈਗਾ। ਸਵਾਲ ਕਰਨ ਵੀ ਅਸੀਂ ਤੈਨੂੰ ਵੜਨ ਨਹੀਂ ਦੇਣਾ, ਤੇਰੇ ਘਰ ਅੱਗੇ ਅਸੀਂ ਧਰਨਾ ਦੇਣ ਲੱਗੇ, ਵੀ ਗੁਰੂ ਦੀ ਹੋ ਗਈ ਬੇਇੱਜ਼ਤੀ ਜੀ, ਤੂੰ ਕਰ ਕੀ ਰਿਹਾ? ਹਾਂ, ਗੁਰੂ ਦੀ ਬੇਅਦਬੀ ਹੋਈ ਹੈ, ਤੂੰ ਕੀ ਕਰ ਰਿਹਾ? ਤੇਰਾ ਕੀ ਫਰਜ਼ ਬਣਦਾ ਉੱਥੇ? ਦੋਸਤ ਨੇ, ਭਰਾ ਨੇ, ਗੁਰਸਿੱਖ ਵੀਰ ਨੇ, ਭੈਣਾਂ ਨੇ, ਬੀਬੀਆਂ ਨੇ, ਮਾਈਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਇਹ ਦੇਖੋ ਕਿ ਕੋਈ ਪਾਗਲ ਬੰਦਾ ਤਾਂ ਨਹੀਂ ਹੈ, ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਤਾਂ ਨਹੀਂ, ਕਿਤੇ ਉਹ ਘਰੋਂ ਗਾਇਬ ਤਾਂ ਨਹੀਂ ਹੈਗਾ। ਇੱਕ ਗੱਲ ਤਾਂ ਇਹ ਵੀ ਕਿਤੇ ਉਹਦਾ ਇਲਾਜ ਜਿਹੜਾ ਹੈ ਉਹ ਮਹਿੰਗਾ ਨਾ ਪੈ ਜੇ ਉਹਨੂੰ। ਠੀਕ ਹੈ ਨਾ, ਜਿਵੇਂ ਉੱਥੇ ਸਿੰਘੂ ਬਾਰਡਰ ਦੇ ਉੱਤੇ ਇਲਾਜ ਕੀਤਾ ਸਿੰਘਾਂ ਨੇ ਮਾਨਸਿਕ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਸਿੰਘੂ ਬਾਰਡਰ ਦੇ ਉੱਤੇ ਬੇਅਦਬੀ ਦੇ ਮਸਲੇ ਦੇ ਉੱਤੇ ਨਿਹੰਗ ਸਿੰਘਾਂ ਵੱਲੋਂ ਇੱਕ ਦੋਖੀ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਦੋਂ ਉਸ ਸਜ਼ਾ ਦੇ ਨਾਲ ਬਹੁਤ ਪ੍ਰਤੀਕਰਮ ਆਉਂਦੇ ਹੈ, ਕੁਝ ਲੋਕ ਇਸ ਨੂੰ ਬਹੁਤ ਜ਼ਿਆਦਾ ਮਾੜਾ ਕਹਿੰਦੇ ਆ ਤੇ ਕੁਝ ਲੋਕਾਂ ਵੱਲੋਂ ਇਸ ਨੂੰ ਬਹੁਤ ਸਹੀ ਸੰਕੇਤ ਕਿਹਾ ਗਿਆ ਵੀ ਦੇਰ ਆਏ ਦੁਰੁਸਤ ਆਏ। ਕਿਉਂ ਪਿਛਲੇ 6-7 ਸਾਲਾਂ ਤੋਂ ਗੁਰਬਾਣੀ ਦੀ ਬੇਅਦਬੀ ਲਗਾਤਾਰ ਹੁੰਦੀ ਜਾ ਰਹੀ ਹੈ ਤੇ ਸਰਕਾਰ ਇਸ ਤੇ ਨਤੀਜੇ ਵਜੋਂ ਅੱਜ ਤੱਕ ਕੁਝ ਵੀ ਨਹੀਂ ਕਰ ਸਕੀ। ਤੇ ਕਹਿੰਦੇ ਆ ਵੀ ਫਿਰ ਸਿੰਘਾਂ ਨੂੰ ਆਪਣੇ ਰਵਾਇਤਾਂ ਦੇ ਅਨੁਸਾਰ ਇਹ ਸਜ਼ਾ ਦੇਣੀ ਪਈ। ਤੇ ਅੱਜ
ਅਮਰੀਕਾ ਤੋਂ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੂੰ ਟਾਕਿੰਗ ਪੰਜਾਬ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ, ਤੇ ਇਹਨਾਂ ਦੇ ਇੱਕ ਹੋਰ ਸੱਜਣ ਨੇ, ਇਹਨਾਂ ਵੱਲੋਂ ਕੀ ਪ੍ਰਤੀਕਰਮ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਵੀ ਆਇਆ ਵੀ ਉਹ ਨਿਹੰਗ ਸਿੰਘ ਭਾਈ ਸਰਬਜੀਤ ਸਿੰਘ ਭਾਊ ਜਿਨ੍ਹਾਂ ਨੇ ਸਰੈਂਡਰ ਕਰ ਦਿੱਤਾ, ਤੇ ਹੁਣ ਇਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਉਸ ਦੀ ਕਾਨੂੰਨੀ ਪ੍ਰਤੀਕਿਰਿਆ ਦੇ ਵਿੱਚ ਪੂਰੀ ਸਹਾਇਤਾ ਕਰਾਂਗੇ, ਜੋ ਵੀ ਖਰਚਾ ਹੋਏਗਾ ਅਸੀਂ ਉਹ ਪੇ ਕਰਾਂਗੇ। ਆਪਾਂ ਗੱਲਬਾਤ ਕਰਦੇ ਹਾਂ ਇਸ ਪ੍ਰਤੀ ਇਹਨਾਂ ਦਾ ਨਜ਼ਰੀਆ ਕੀ ਹੈ। ਭਾਈ ਸਾਹਿਬ ਜੀ, ਪੰਜਾਬੀ ਲੋਕ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦੇ ਜਿੰਨੇ ਵੀ ਦਰਸ਼ਕ ਸਾਨੂੰ ਇਸ ਵੇਲੇ ਦੇਖ ਰਹੇ ਨੇ, ਉਹਨਾਂ ਦਾ ਭਾਈ ਹਰਪਾਲ ਸਿੰਘ ਜੀ ਤੁਹਾਡਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਜੀ, ਜਿਵੇਂ ਤੁਹਾਨੂੰ ਸਾਰੇ ਕੇਸ ਦਾ ਪਤਾ ਹੀ ਹੈ, ਕਿਉਂਕਿ ਤੁਸੀਂ ਆਪ ਸੀਨੀਅਰ ਪੱਤਰਕਾਰ ਹੋ, ਤੇ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਵੀ ਜਿੱਥੇ ਅਮਿਤੋਜ ਮਾਨ ਇੱਕ ਫਿਲਮੀ ਅਦਾਕਾਰ ਹੈ, ਉਹ ਇਸ ਮੁੱਦੇ ਦੇ ਉੱਤੇ ਕਹਿ ਰਿਹਾ ਵੀ ਨਿਹੰਗਾਂ ਨੇ ਜੋ ਕੀਤਾ ਉਹ ਰਵਾਇਤਾਂ ਦੇ ਮੁਤਾਬਕ ਠੀਕ ਹੈ, ਕਿਸਾਨਾਂ ਨੂੰ, ਜਥੇਬੰਦੀਆਂ ਨੂੰ ਇਸ ਵੇਲੇ ਨਿਹੰਗ ਸਿੰਘਾਂ ਦਾ ਸਾਥ ਦੇਣਾ ਚਾਹੀਦਾ। ਇੱਕ ਪਾਸੇ ਅਕਾਲੀ ਨੇ ਤੇ ਉਹਨਾਂ ਵੱਲੋਂ ਇਸ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਵੀ ਕਾਨੂੰਨ ਨੂੰ ਹੱਥ 'ਚ ਲੈਣਾ ਠੀਕ ਨਹੀਂ ਹੈ, ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਪਹਿਲਾਂ ਦੇਖੋ, ਗੱਲ ਨੂੰ ਜੇ ਆਪਾਂ ਪਿਛਲੇ 5-7 ਸਾਲਾਂ ਤੋਂ ਦੇਖੀਏ, ਜਦੋਂ ਤੋਂ ਬਰਗਾੜੀ ਦੀ ਘਟਨਾ ਹੋਈ ਹੈ ਜੀ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਕਹਿੰਦਾ ਕਿ 200 ਤੋਂ ਵੱਧ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੈ ਜੀ, ਤੇ ਤਕਰੀਬਨ 35-40 ਥਾਵਾਂ ਦੇ ਉੱਤੇ ਮਤਲਬ ਦੋਸ਼ੀਆਂ ਦੀ ਪਛਾਣ ਹੋਈ ਹੈ, ਤੇ 7-8 ਥਾਵਾਂ ਦੇ ਉੱਤੇ ਦੋਸ਼ੀਆਂ ਨੂੰ ਮੌਕੇ ਤੋਂ ਫੜਿਆ ਵੀ ਗਿਆ। ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਹ ਕਹਿ ਕੇ ਦੋਸ਼ੀ ਨੂੰ ਇੱਕ ਪ੍ਰਿਵਿਲੇਜ ਦੇ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ, ਕਿ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤੇ ਜਾਂ ਇਹ ਮੈਂਟਲੀ ਡਿਸੇਬਲ ਹੈ। ਸੋ ਉਸ ਦੇ ਉੱਤੇ ਉਦਾਂ ਦੀਆਂ ਧਾਰਾਵਾਂ ਲਾ ਕੇ ਉਸਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਉੱਥੋਂ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ, ਤੇ ਫਿਰ ਉਹਦਾ ਪਤਾ ਨਹੀਂ ਲੱਗਦਾ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਜੀ। ਠੀਕ ਹੈ ਨਾ ਜੀ। ਸੋ ਕਈ ਥਾਵਾਂ ਦੇ ਉੱਤੇ ਅਸੀਂ ਦੇਖਿਆ ਕਿ ਸਰਕਾਰ ਦੀ ਇੱਕ ਢਿੱਲ ਮੱਠ ਕਹਿ ਲਓ ਜਾਂ ਜਾਣਬੁੱਝ ਕੇ ਦੋਸ਼ੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਵਾਰ-ਵਾਰ ਸਾਡੇ ਸਾਹਮਣੇ ਆਈ ਹੈ ਜੀ। ਤੇ ਬਰਗਾੜੀ ਦੇ ਮਾਮਲੇ 'ਚ ਤਾਂ ਇਹ ਚਿੱਟੇ ਦਿਨ ਵਾਂਗੂ ਸਾਡੇ ਸਾਹਮਣੇ ਹੈ। ਸਾਰਾ ਸਰਕਾਰ ਸੰਕੇਤ ਕਰਦੀ ਹੈ, ਸਿੱਖਾਂ ਨੂੰ ਚੜਾਉਂਦੀ ਵੀ ਹੈ ਤੇ ਸਿੱਖਾਂ ਨੂੰ ਖਿਜਾਉਂਦੀ ਵੀ ਹੈ ਜੀ ਕਿ ਤੁਸੀਂ ਕਰ ਲਓ ਜੋ ਕਰਨਾ, ਅਸੀਂ ਤਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੇ। ਉਹੀ ਜਿਹੜਾ ਪਰਮਰਾਜ ਉਮਰਾ ਨੰਗਲ, ਉਹੀ ਸੁਮੇਧ ਸੈਣੀ, ਉਹੀ ਬਾਦਲ, ਉਹੀ ਸਾਰੇ ਇਹ ਉੱਥੇ ਹੀ ਤੁਰੇ ਫਿਰਦੇ ਨੇ, ਤੇ ਕਾਂਗਰਸ ਤੇ ਅਕਾਲੀ ਘਿਓ ਖਿਚੜੀ ਨੇ। ਤੇ ਜਿਹੜੇ ਪ੍ਰੋਟੈਸਟ ਕਰਨ ਵਾਲੀ ਸੰਗਤ ਆ ਜਾਂ ਜਿਹੜੀ ਇਨਸਾਫ ਮੰਗਦੀ ਹੈ ਜੀ, ਤਾਂ ਉਹਨਾਂ ਨੂੰ ਵੀ ਲੱਗਿਆ ਕਿ ਇਹ ਹੁਣ ਗੱਲ ਦੂਰ ਦੀ ਗੱਲ ਹੋ ਗਈ ਹੈ। ਇਨਸਾਫ ਮਿਲਣਾ ਕਿਸੇ ਵੀ ਕਾਨੂੰਨੀ ਧਾਰਾ ਦੇ ਤਹਿਤ, ਕਿਸੇ ਵੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਵੀ ਲੱਗਦਾ ਵੀ ਹੁਣ ਨਹੀਂ ਮਿਲਦਾ ਜੀ। ਇਹ ਆਮ ਸਿੱਖ ਦੇ ਜਾਂ ਆਮ ਜਿਹੜੇ ਪੰਜਾਬ ਦੇ ਦਰਦੀ ਨੇ, ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਪੱਕ ਚੁੱਕੀ ਹੈ ਕਿ ਯਾਰ ਵੀ ਇਹ ਬੇਅਦਬੀਆਂ ਹੁੰਦੀਆਂ ਰਹਿਣਗੀਆਂ, ਇਹਨੂੰ ਤੁਸੀਂ ਹੁਣ ਡਾਈਜੈਸਟ ਕਰ ਲਓ, ਵੀ ਆਮ ਗੱਲ ਹੋ ਗਈ। ਤੇ ਜਿੰਨੀ ਗਿਣਤੀ ਦੇ ਵਿੱਚ ਇਹ ਘਟਨਾਵਾਂ ਹੋਈਆਂ ਉਹਦੇ ਤੋਂ ਨਾਰਮਲ ਜੀ ਗੱਲ ਵੀ ਲੱਗਦੀ ਹੈ, ਪਰ ਇਹ ਇੰਨੀ ਆਮ ਗੱਲ ਨਹੀਂ ਹੈ। ਹਾਲੇ ਵੀ ਬਹੁਤ ਸਾਰੇ ਜਿਹੜੇ ਡੂੰਘਾਈ ਦੇ ਨਾਲ ਵਿਚਾਰ ਚਰਚਾ ਕਰਨ ਵਾਲੇ ਨੇ, ਭਾਵੇਂ ਪੜ੍ਹੇ ਲਿਖੇ ਨੇ, ਜ਼ਹੀਨ ਕਿਸਮ ਦੇ ਮੈਂ ਕਹਾਂਗਾ ਕਿ ਵਿਦਵਾਨ ਲੋਕ ਨੇ, ਜਿਹੜੇ ਕਿ ਆਮ ਲੋਕਾਂ 'ਚ ਨਹੀਂ ਵਿਚਰਦੇ, ਸਾਹਮਣੇ ਨਹੀਂ ਆਉਂਦੇ। ਉਹ ਵੀ ਜਦੋਂ ਉਹਨਾਂ ਦੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰਦੇ ਹਾਂ, ਬੈਠਦੇ ਹਾਂ, ਜਾਂ ਉਹ ਕੈਮਰੇ ਸਾਹਮਣੇ ਨਹੀਂ ਆਉਂਦੇ, ਉਹਨਾਂ ਦਾ ਵੀ ਵਿਚਾਰ ਇਹੋ ਹੀ ਹੁੰਦਾ। ਉਹਨਾਂ ਦੇ ਮਨ ਦੇ ਵਿੱਚ ਦਰਦ ਹੁੰਦਾ, ਚੀਸ ਹੁੰਦੀ ਹੈ। ਉਹ ਕਚੀਚੀ ਜੀ ਵੱਟ ਕੇ ਕਹਿੰਦੇ ਨੇ, ਯਾਰ ਮੈਨੂੰ ਕਿਤੇ ਮਿਲ ਜਾਏ ਨਾ ਬੇਅਦਬੀ ਦਾ ਦੋਸ਼ੀ, ਭਾਵੇਂ ਉਹਨਾਂ ਦੀ 80 ਸਾਲ ਤੋਂ ਵੱਧ ਉਮਰ ਹੋ ਗਈ ਹੋਵੇ। ਕਈ ਬੰਦੇ, ਮੈਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਹੈ, ਕਚੀਚੀ ਵੱਟ ਕੇ ਕਹਿੰਦੇ ਨੇ ਕਿਤੇ ਸਾਨੂੰ ਮਿਲ ਜਾਏ ਨਾ ਬੇਅਦਬੀ ਦਾ ਦੋਸ਼ੀ। ਸੋ ਇਹ ਜਿਹੜੀ ਉਹ ਖਾਲੀ ਥਾਂ ਛੱਡਦੇ ਨੇ ਨਾ, ਉਸ ਤੋਂ ਅੱਗੇ ਪੂਰੀ ਨਹੀਂ ਕਰਦੇ, ਕਿਤੇ ਸਾਨੂੰ ਮਿਲ ਜਾਏ ਨਾ, ਵੀ ਕੀ ਕਰੀਏ ਅਸੀਂ, ਉਹ ਖਾਲੀ ਥਾਂ ਛੱਡ ਦਿੰਦੇ ਨੇ। ਉਹ ਫਿਰ ਉੱਥੇ ਕਚੀਚੀ ਵੱਟਦੇ ਨੇ। ਉਹ ਜਿਹੜੀ ਦੰਦਾਂ ਦੀ ਕਰੀਚ ਹੁੰਦੀ ਹੈ ਨਾ, ਉਹ ਤੋਂ ਅਸੀਂ ਅਨੁਮਾਨ ਲਾਉਂਦੇ ਹਾਂ ਕਿ ਜੇ ਇਹਨਾਂ ਨੂੰ ਮਿਲ ਜਾਏ ਨਾ ਬੇਅਦਬੀ ਦਾ ਦੋਸ਼ੀ, ਤਾਂ ਇਹ ਕੀ ਕਰਨ। ਜਿਹੜੇ ਬਜ਼ੁਰਗਾਂ ਦੀਆਂ ਇੰਨੀਆਂ ਉਮਰਾਂ ਹੋ ਚੁੱਕੀਆਂ, ਜੇ ਉਹਨਾਂ ਦੇ ਇਹ ਵਿਚਾਰ ਨੇ, ਤਾਂ ਸਾਡੇ, ਤੁਹਾਡੇ ਜਾਂ ਨੌਜਵਾਨਾਂ ਦੇ ਕੀ ਵਿਚਾਰ ਹੋ ਸਕਦੇ ਨੇ। ਠੀਕ ਹੈ ਨਾ ਜੀ।
ਬੇਅਦਬੀ ਦੇ ਦੋਸ਼ੀਆਂ ਬਾਰੇ। ਇਹ ਗੱਲ ਸਪਸ਼ਟ ਹੈ, ਸਰਕਾਰ ਨੇ ਤਾਂ ਇੱਕ ਤਰ੍ਹਾਂ ਦਾ ਐਲਾਨ ਕੀਤਾ ਹੋਇਆ ਕਿ ਤੁਸੀਂ ਜੋ ਕਰਨਾ ਕਰ ਲਓ, ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਤਾਂ ਫੜਾਂਗੇ, ਨਾ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਜੀ। ਪਿੱਛੇ ਜੇ ਅਨੰਦਪੁਰ ਸਾਹਿਬ ਦੀ ਘਟਨਾ ਹੋਈ ਹੈ, ਜੀ। ਅਨੰਦਪੁਰ ਸਾਹਿਬ ਦੀ ਘਟਨਾ 'ਚ ਨਿਹੰਗ ਸਿੰਘਾਂ ਨੇ ਐਕਟਿਵ ਰੋਲ ਨਿਭਾਇਆ, ਪੂਰੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਤੇ ਪਰ ਕੀ ਹੈ ਕਿ ਸਭ ਦੇ ਸਾਹਮਣੇ ਇਹ ਗੱਲ, ਕੁਛ ਹੋਇਆ ਉੱਥੇ? ਕੁਛ ਵੀ ਨਹੀਂ ਹੋਇਆ। ਉਦੋਂ ਚੌਥੇ ਦਿਨ ਇੱਕ ਉੱਥੇ ਨਿਹੰਗ ਸਿੰਘ ਨੇ ਫਾਇਰ ਕੀਤਾ, ਜੀ। ਸ਼੍ਰੋਮਣੀ ਕਮੇਟੀ ਨੇ ਫੜ ਕੇ ਉਸਨੂੰ ਪੁਲਿਸ ਦੇ ਹਵਾਲੇ ਕਰਤਾ, ਉਹਦੇ ਤੇ ਕੇਸ ਦਰਜ ਕਰਵਾਤਾ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕੀ ਭਾਲਦੇ ਹੋ ਸਿੱਖੋ, ਤੁਹਾਡੇ ਤਾਂ ਉੱਤੇ ਜਿਹੜੀ ਚੀਜ਼ ਬਿਠਾਈ ਹੋਈ ਹੈ ਉਹ ਵੀ ਸਾਡੀ ਮੁੱਠੀ 'ਚ ਹੈ, ਉਹ ਵੀ ਸਾਡੇ ਇਸ਼ਾਰਿਆਂ ਤੇ ਕੰਮ ਕਰਦੀ ਹੈ। ਦੇਖੋ, ਤੁਹਾਡੇ ਬੰਦੇ ਨੂੰ ਉਹਨਾਂ ਨੇ ਹੀ ਗ੍ਰਿਫਤਾਰ ਕਰਵਾ ਦਿੱਤਾ। ਤੇ ਬਹੁਤ ਸਾਰੇ ਜਿਹੜੇ ਕਹਿੰਦੇ ਵੀ ਜ਼ਖਮ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਹੋ ਜਾਂਦੀ ਹੈ। ਫਿਰ ਜਦੋਂ ਉਹ ਨਿਹੰਗ ਸਿੰਘ ਨੇ ਫਾਇਰ ਕੀਤਾ, ਬਹੁਤਿਆਂ ਦਾ ਇਹ ਕਹਿਣਾ ਸੀ, ਕਹਿੰਦੇ ਗੋਲੀ ਉੱਥੇ ਚਲਾਉਣੀ ਸੀ ਨਾ, ਹਵਾ 'ਚ ਕਿਉਂ ਚਲਾਉਣੀ ਸੀ? ਜਿਹੜੇ ਸਿੰਘ ਨੇ ਕਿਹਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ ਹੈ। ਫਿਰ ਉਹ 94 ਨਾਮ ਨੇ ਉਹ ਜਿਹੜੇ ਕਹਿੰਦੇ ਪੋਸਟਾਂ ਪਾਈਆਂ ਜਿਨ੍ਹਾਂ ਨੇ, ਕਹਿੰਦੇ ਗੋਲੀ ਉੱਥੇ ਚਲਾਉਣੀ ਸੀ ਨਾ ਜਦੋਂ ਉਹਨੇ ਬੇਅਦਬੀ ਕੀਤੀ, ਉਹਦੇ ਤੇ ਚਲਾਉਣੀ ਸੀ, ਫੇਰ ਨਜ਼ਾਰਾ ਆਉਂਦਾ। ਏਦਾਂ ਹਵਾਈ ਫਾਇਰ ਕਰਨ ਦਾ ਕੀ ਸੀ? ਠੀਕ ਹੈ ਨਾ ਜੀ। ਸੋ ਇਹ ਕੁਛ ਦਿਨਾਂ ਬਾਅਦ ਹੀ ਆਹ ਘਟਨਾ ਹੋ ਗਈ ਦਿੱਲੀ ਦੀ ਜੀ। ਠੀਕ ਹੈ ਨਾ ਜੀ। ਮੈਨੂੰ ਲੱਗਦਾ ਵੀ 6 ਦਿਨ ਨਹੀਂ ਹੋਏ ਹੋਣਗੇ, ਮੈਨੂੰ ਤਾਂ ਯਾਦ ਹੈ ਚੌਥੇ ਪੰਜਵੇਂ ਦਿਨ ਇਹ ਘਟਨਾ ਹੋ ਗਈ। ਤਾਂ ਉਹੀ ਬੰਦੇ ਕਹਿ ਰਹੇ ਨੇ ਕਿ ਜੀ ਬੇਰਹਿਮੀ ਨਾਲ ਮਾਰਿਆ, ਬੰਦਾ ਨਹੀਂ ਸੀ ਮਾਰਨਾ ਚਾਹੀਦਾ। 3 ਧੀਆਂ ਦਾ ਪਿਓ ਸੀ, ਜਾਂ ਏਦਾਂ ਸੀ ਓਦਾਂ ਸੀ, ਅਮਲੀ ਸੀ, ਅਮਲੀ ਨੂੰ ਮਾਰ ਕੇ ਕੀ ਮਿਲ ਗਿਆ? ਉਹ ਹੈ ਗਿਣਤੀ ਦੇ ਨੇ ਬੰਦੇ ਜੀ, ਪਰ ਬਿਲਕੁਲ ਉਹਨਾਂ ਤੇ ਉਹ ਗੱਲ ਢੁਕਦੀ ਹੈ ਵੀ ਜਦੋਂ ਕਾਂ ਨੂੰ ਟੰਗ ਦੋ ਨਾ ਮਾਰ ਕੇ, ਤੇ ਫਿਰ ਬਹੁਤ ਸਾਰੇ ਕਾਂ ਇਕੱਠੇ ਹੋ ਜਾਂਦੇ ਨੇ। ਉਹ ਕਾਂ ਤਾਂ ਕਾਵਾਂ 'ਚ ਤਾਂ ਇੱਕ ਕਾਂ ਹੁੰਦਾ, ਬਹੁਤ ਸਾਰੇ ਹੋ ਜਾਂਦੇ ਨੇ। ਇਹ ਤਾਂ ਬਹੁਤ ਸਾਰੇ ਵੀ ਨਹੀਂ ਹੈਗੇ, ਉਂਗਲਾਂ ਤੇ ਗਿਣੇ ਜਾਣ ਵਾਲੇ ਨੇ। ਤੇ ਤੁਸੀਂ ਫਿਰ ਇਹਨਾਂ ਨੂੰ ਕਾਂ ਮੰਨਦੇ ਹੋ? ਕਾਵਾਂ ਰੋਲੀ ਇਹਨਾਂ ਨੇ ਪਾਈ ਜਿਹੜੀ ਕਾਵਾਂ ਰੋਲੀ ਵੀ, ਮਤਲਬ ਕਾਵਾਂ ਰੋਲੀ ਹੈਗੀ ਆ ਭਾਰਤੀ ਮੀਡੀਆ ਦੀ, ਠੀਕ ਹੈ ਨਾ। ਜਿਹੜੇ ਇਹ ਪੰਜਾਬੀ ਬੋਲਣ ਵਾਲੇ ਨੇ ਨਾ, ਜਾਂ ਸਿਰ ਤੇ ਕਿਸੇ ਦੇ ਪੱਗ ਬੰਨੀ ਹੋਈ ਹੈ, ਜਾਂ ਸਿੱਖਾਂ ਦੇ ਘਰ ਜਨਮ ਲੈ ਕੇ ਕੋਈ ਏਦਾਂ ਦੀ ਗੱਲ ਕਰਦਾ, ਉਹਨਾਂ ਦੀ ਤਾਂ ਕਾਵਾਂ ਰੋਲੀ ਰਲਦੀ ਨਹੀਂ। ਉਹ ਤਾਂ ਇੱਕ ਆਪਣੇ ਆਪ ਨੂੰ ਇੱਕ। ਪਰ ਤੁਸੀਂ ਦੇਖਿਆ ਨਹੀਂ, ਪੰਜਾਬੀ ਮੀਡੀਆ ਦੇ ਵਿੱਚ ਵੀ ਇਸ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ, ਅਜਿਹੇ ਸ਼ਬਦ ਵਰਤੇ ਗਏ ਪੰਜਾਬੀ ਮੀਡੀਆ ਦੇ ਵਿੱਚ। ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਪੰਜਾਬੀ ਮੀਡੀਆ ਬਾਰੇ ਮੈਂ ਬਹੁਤ ਸਪਸ਼ਟ ਹਾਂ, ਪਹਿਲਾਂ ਹੀ ਮੈਂ ਕਹਿ ਚੁੱਕਿਆ ਕਿ ਪੰਜਾਬੀ ਦਾ ਮੀਡੀਆ ਹਾਲੇ ਉਸ ਮੁਕਾਮ ਤੇ ਪਹੁੰਚਿਆ ਨਹੀਂ ਜਿੱਥੇ ਉਹ ਕੌਮ ਦੀ ਗੱਲ ਕਰ ਸਕੇ। ਠੀਕ ਹੈ ਨਾ। ਮੋਦੀ ਜਿਹੜਾ ਤੰਤਰ ਹੈ, ਜਾਂ ਭਾਰਤੀ ਲੋਕਤੰਤਰ ਹੈ, ਜਾਂ ਭਾਰਤੀ ਸਿਸਟਮ ਹੈ, ਉਸਨੂੰ ਮਹਿਸੂਸ ਹੋਇਆ ਕਿ ਹਿੰਦੀ ਦੇ ਵਿੱਚ ਜੋ ਇੰਡੀਅਨ ਮੀਡੀਆ ਗੱਲ ਕਰ ਰਿਹਾ, ਉਹ ਪੰਜਾਬੀ ਲੋਕਾਂ ਤੱਕ ਪਹੁੰਚ ਨਹੀਂ ਰਹੀ ਗੱਲ, ਕਿਉਂਕਿ ਪੰਜਾਬੀ ਬੰਦਾ ਹਿੰਦੀ ਦਾ ਚੈਨਲ ਦੇਖਦਾ ਨਹੀਂ। ਬਿਲਕੁਲ ਠੀਕ ਹੈ ਨਾ ਜੀ। ਵੀ ਅਸੀਂ ਉਹਨਾਂ ਤੱਕ ਆਪਣੀ ਗੱਲ ਕਿਵੇਂ ਪਹੁੰਚਾਈਏ? ਸੋ ਇਹ ਲੋਕਾਂ ਨੂੰ ਇੰਡੀਅਨ ਸਟੇਟ ਵਰਤ ਰਹੀ ਹੈ, ਉਹਨਾਂ ਦਾ ਖੜਾ ਕੀਤਾ ਹੋਇਆ, ਉਹ ਸ਼ਾਬਾਸ਼ ਦਿੰਦੇ ਨੇ ਉਹਨਾਂ ਨੂੰ। ਤੇ ਜੇ ਉਹ ਉਦਾਂ ਦੀ ਗੱਲ ਨਹੀਂ ਕਰਦੇ, ਫਿਰ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਂਦਾ। ਉਹਨਾਂ ਦੀ ਰੋਟੀ ਚੱਲਦੀ ਹੈ ਉੱਥੋਂ, ਠੀਕ ਹੈ ਨਾ ਜੀ। ਰੋਟੀ ਚੱਲਦੀ ਹੈ, ਲਾਈਕ ਮਿਲਦੇ ਨੇ, ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ। ਸੋ ਉਹ ਗੱਲ ਨਹੀਂ ਕਰ ਸਕਦੇ। ਉਹ ਅੰਦਰੋਂ ਦੁੱਖ ਹੁੰਦਾ ਉਹਨਾਂ ਨੂੰ, ਰੋਂਦੇ ਵੀ ਹੋਣਗੇ ਸ਼ਾਇਦ ਰਾਤ ਨੂੰ ਘਰ ਜਾ ਕੇ, ਵੀ ਯਾਰ ਇਹ ਗੱਲ ਏਦਾਂ ਕਹਿਣੀ ਚਾਹੀਦੀ ਸੀ, ਪਰ ਮੈਂ ਮਜਬੂਰ ਹਾਂ। ਮੈਂ ਗੁਲਾਮੀ ਦਾ ਅਹਿਸਾਸ ਤਾਂ ਹੈ ਉਹਨਾਂ ਨੂੰ ਕਿ ਅਸੀਂ ਗੁਲਾਮ ਹਾਂ, ਪਰ ਉਹ ਕਦੋਂ ਉੱਠਣਗੇ, ਕਦੋਂ ਜਾਗਣਗੇ, ਜਾਂ ਕਦੋਂ ਏਦਾਂ ਦਾ ਮਾਹੌਲ ਬਣੂਗਾ ਕਿ ਉਹ ਵਿਚਾਰੇ ਖੁੱਲ੍ਹ ਕੇ ਆਪਣੀ ਗੱਲ ਕਰ ਸਕਣਗੇ। ਪਰ ਇੱਕ ਗੱਲ ਸਪਸ਼ਟ ਹੈ ਕਿ ਉਹ ਭਾਰਤੀ ਤੰਤਰ ਵੱਲੋਂ ਜੋ ਗੱਲ ਸਿਰਜੀ ਜਾਂਦੀ ਹੈ, ਉਹਨੂੰ ਸਾਡੇ ਤੱਕ ਪਹੁੰਚਾਉਣ ਲਈ ਉਹ ਵਚਨਬੱਧ ਨੇ, ਉਹ ਪਹੁੰਚਾ ਰਹੇ ਨੇ। ਉਹ ਡਿਊਟੀ ਪੂਰੀ ਕਰਦੇ ਆ, ਉਹ ਆਪਣੀ ਡਿਊਟੀ ਪੂਰੀ ਕਰ ਰਹੇ ਨੇ ਸਰਕਾਰ ਦੇ ਪ੍ਰਤੀ। ਸੋ ਉਹ ਸਰਕਾਰ ਦਾ ਏਜੰਡਾ ਸਾਡੇ ਤੱਕ ਭੇਜ ਰਹੇ ਨੇ। ਵਿਦੇਸ਼ਾਂ 'ਚ ਬੈਠੇ ਨੇ ਪੰਜਾਬੀ, ਵੱਡੀ ਗਿਣਤੀ ਲੋਕ ਪੰਜਾਬੀ ਨੇ, ਠੀਕ ਹੈ ਨਾ ਜੀ। ਇੰਡੀਅਨ ਸਟੇਟ ਉਹ ਗੱਲ ਨੂੰ ਉਸ ਤਰ੍ਹਾਂ ਦਾ ਇੱਕ ਢਾਂਚਾ ਨਹੀਂ ਸਿਰਜ ਸਕਦੀ ਹੈਗੀ। ਸੋ ਉਹਨੂੰ ਇੱਕ ਬਣਿਆ ਬਣਾਇਆ ਢਾਂਚਾ, ਜਿਹੜੇ ਉਹ ਲੋਕ ਉੱਥੇ ਕੰਮ ਕਰਦੇ ਨੇ, ਵੈਬ ਪੋਰਟਲ ਚਲਾਉਂਦੇ ਨੇ, ਯੂਟਿਊਬ ਚੈਨਲ ਚਲਾਉਂਦੇ ਨੇ, ਜਾਂ ਨਵੇਂ ਉੱਠ ਕੇ ਚੈਨਲ ਚਲਾਉਣੇ ਸ਼ੁਰੂ ਹੋਏ ਨੇ। ਸੋ ਉਹਨਾਂ ਲੋਕਾਂ ਨੂੰ ਵਰਤ ਰਹੀ ਹੈ, ਉਹ ਵਰਤੇ ਜਾ ਰਹੇ ਨੇ। ਉਹ ਸਟੇਟ ਦੀ ਗੱਲ ਕਰਦੇ ਨੇ, ਸਟੇਟ ਵੱਲੋਂ ਜਿਹੜੇ ਅਲਫਾਜ਼ ਦਿੱਤੇ ਜਾਂਦੇ ਨੇ, ਬੇਰਹਿਮੀ ਸੇ ਮਾਰ ਦਿਆ, ਬੇਰਹਿਮੀ, ਉਹ ਤੁਸੀਂ ਗੱਲ ਕੀਤੀ ਹੈ, ਉਹਨਾਂ ਨੂੰ ਵਰਤਦੇ ਨੇ। ਉਹ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਠੀਕ ਹੈ ਨਾ ਜੀ। ਸੋ ਕੁੱਲ ਦੁਨੀਆ ਦੇ ਵਿੱਚ ਇਹ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਵਰਲਡ ਦੇ ਵਿੱਚ ਇੰਡੀਆ ਨੂੰ ਛੱਡ ਕੇ 1.63
5% ਲੋਕ ਨੇ ਜਿਹੜੇ ਉਹ ਹਿੰਦੀ ਜਾਣਦੇ ਨੇ ਤੇ ਹਿੰਦੀ ਸੁਣਦੇ ਨੇ ਜੀ, ਤੇ 2.75% ਪੀਪਲ ਨੇ ਮੋਰ ਦੈਨ ਹਿੰਦੀ ਉਹ ਪੰਜਾਬੀ ਸੁਣਦੇ ਨੇ ਤੇ ਜਾਣਦੇ ਨੇ। ਦੇਖੋ ਤੁਸੀਂ ਹੁਣ ਉਹ ਲੋਕਾਂ ਲਈ ਉੱਥੇ ਜਿਹੜਾ ਹੈ ਉਹ ਨਰਚਰ ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ, ਤਾਂ ਕਿ 2.75% ਲੋਕਾਂ ਨੂੰ, ਜਿਨ੍ਹਾਂ ਦੀ ਗਿਣਤੀ ਮੈਨੂੰ ਲੱਗਦਾ 7-8 ਕਰੋੜ ਦੇ ਕਰੀਬ ਬਣਦੀ ਹੈ, ਉਹਨਾਂ ਤੱਕ ਉਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਤੱਕ ਉਹ ਗੱਲ ਭੇਜਣ ਦੀ ਕੋਸ਼ਿਸ਼ ਕਰਦੇ ਨੇ। ਪਰ ਜਿਵੇਂ ਇਹ ਘਟਨਾ ਹੋਈ, ਜਿਵੇਂ ਸੋਧਾ ਲਾਇਆ ਉਸ ਦੁਸ਼ਟ ਨੂੰ, ਤਾਂ ਮੈਂ ਕਹਿੰਦਾ ਕਿ ਜਿਵੇਂ ਇਹਨਾਂ ਤੁਸੀਂ ਆਪ ਵੀ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਵੇਂ ਇਹਨਾਂ ਦੇ ਅਲਫਾਜ਼ ਨੇ ਬੇਰਹਿਮੀ ਨਾਲ ਮਾਰ ਦਿੱਤਾ ਜਾਂ ਕਤਲ ਕਰ ਦਿੱਤਾ ਉੱਥੇ, ਤਾਂ ਉਹਦੇ ਥੱਲੇ ਕਮੈਂਟ ਵੀ ਫਿਰ ਉਹਨਾਂ ਨੂੰ ਉਦਾਂ ਦੇ ਮਿਲ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ। 99% ਕਮੈਂਟ ਨੇ ਜਿਹੜੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਜਾ ਰਹੇ ਨੇ ਕੁੱਲ ਮਿਲਾ ਕੇ। ਪਰ ਕੁਝ ਲੋਕ ਇਹ ਕਹਿ ਰਹੇ 1% ਲੋਕ ਨੇ, 1% ਲੋਕ ਨੇ ਜਿਹੜੇ ਮਤਲਬ ਉਹਨਾਂ ਦੀ ਚੱਲ ਨਹੀਂ ਰਹੀ ਵੈਸੇ ਇਸ ਵੇਲੇ, ਜਿਹੜੇ 1% ਲੋਕ ਨੇ, ਤਾਂ ਉਹ ਬਹਾਨਾ ਲਾ ਰਹੇ ਨੇ ਕਿਸਾਨ ਅੰਦੋਲਨ ਫੇਲ ਹੋ ਜਾਊਗਾ, ਏਦਾਂ ਹੋ ਜਾਊਗਾ, ਓਦਾਂ ਹੋ ਜਾਊਗਾ। ਪਰ ਮੈਂ ਸਲੂਟ ਕਰਦਾ ਜੀ, ਮੈਂ ਸੋਚਦਾ ਹੁੰਦਾ ਸੀ ਕਿ ਨਿਹੰਗ ਸਿੰਘ ਕਿੱਥੇ ਗੱਲ ਕਰ ਸਕਦੇ ਨੇ ਜੀ ਵਧੀਆ ਢੰਗ ਨਾਲ, ਦਲੀਲ ਨਾਲ, ਜਾਂ ਕਿੱਥੇ ਮਤਲਬ ਏਦਾਂ ਦੀ ਗੱਲ ਹੁੰਦੀ ਹੈ। ਮਤਲਬ ਇੱਕ ਮਨ ਦੇ ਵਿੱਚ ਚਾਅ ਜਾਂ ਆਮ ਬੰਦਾ ਜਦੋਂ ਸੁਣੂਗਾ ਨਾ ਹੁਣ ਇਹ ਨਿਹੰਗ ਸਿੰਘਾਂ ਨੂੰ, ਉਹਦਾ ਦਿਲ ਕਰੂਗਾ ਮੈਂ ਵੀ ਨਿਹੰਗ ਬਣ ਜਾ। ਉਹ ਨਿਹੰਗ ਸਿੰਘ ਨੇ ਇੰਨੀ ਵਧੀਆ ਗੱਲ ਕੀਤੀ, ਕਹਿੰਦਾ ਵੀ ਇਹਨੂੰ ਖਾਲਿਸਤਾਨ ਨਾਲ ਨਾ ਜੋੜਿਓ, ਇਹ ਸਾਡਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਧਰਮ ਦੀ ਗੱਲ ਹੈ ਜੀ। ਇਹਨੇ ਸਪਸ਼ਟ ਸ਼ਬਦਾਂ 'ਚ ਕਹੀ ਉਹਨੇ ਗੱਲ, ਕਿੰਨੇ ਸੋਹਣੇ ਤਰੀਕੇ ਨਾਲ ਕਹੀ। ਕਹਿੰਦਾ ਜੇ ਏਦਾਂ ਹੀ ਭਾਰਤੀ ਲੋਕਤੰਤਰ ਨੂੰ ਮੈਂ ਕਹਿਣਾ ਚਾਹੁੰਦਾ, ਜੇ ਅੜੋਗੇ ਤਾਂ ਏਦਾਂ ਹੀ ਝੜਦੇ ਰਹੋਗੇ, ਠੀਕ ਹੈ ਨਾ। ਤੇ ਕਹਿੰਦਾ ਵੀ ਇਹਨੂੰ ਖਾਲਿਸਤਾਨ ਨਾਲ ਨਾ ਜੋੜ ਕੇ ਦੇਖਿਓ, ਇਹਦਾ ਘਟਨਾ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ। ਉਹ ਕਹਿੰਦਾ ਸ਼ਾਂਤਮਈ ਕਰ ਰਹੇ ਨੇ, ਆਪਣਾ ਬੈਠੇ ਨੇ ਵੱਖਰੇ, ਠੀਕ ਹੈ ਨਾ ਜੀ। ਉਹ ਇਸ ਗੱਲ ਨੂੰ ਮੈਂ ਦੱਸ ਦਿੰਦਾ, ਉਹ ਨਿਹੰਗ ਸਿੰਘ ਜੀ ਨੂੰ ਕਿਆ ਬਾਤ ਕੀਤੀ ਹੈ ਜੀ। ਮੈਂ ਕਹਿੰਦਾ ਕਿ ਪੜ੍ਹਿਆ ਲਿਖਿਆ ਬੰਦਾ ਏਦਾਂ ਦੀ ਗੱਲ ਨਹੀਂ ਕਰ ਸਕਦਾ, PhD ਹੋਵੇ ਜਿਹੜਾ ਬੰਦਾ। ਜਿਹੜੇ ਲੋਕ 50-50 ਸਾਲ ਦਾ ਐਕਸਪੀਰੀਅੰਸ ਦੀ ਗੱਲ ਕਰਦੇ ਆ ਤੇ ਉਹ ਕਿਹੋ ਜਿਹਾ ਬਿਆਨ ਦੇ ਰਹੇ ਆ ਵੀ ਸਾਡਾ ਇਸ ਨਾਲ ਸੰਬੰਧ ਕੋਈ ਨਹੀਂ, ਤੇ ਇੱਕ ਨਿਹੰਗ ਸਿੰਘ ਆਮ ਡੇਰੇ ਇੱਕ ਸਥਾਨ ਦੇ ਵਿੱਚ ਰਹਿਣਾ, ਉਹਦਾ ਜਿਹੜਾ ਕਹਿਣ ਦਾ ਪੱਧਰ ਹੈ ਤੁਸੀਂ ਮੰਨਦੇ ਹੋ ਵੀ ਕਾਫੀ ਵੱਡਾ, ਵਧੀਆ, ਉੱਚੇ ਲੈਵਲ ਤੇ ਕਹਿ ਗਿਆ ਵੀ ਜਿਹੜੀ ਗੱਲ ਕਿਸਾਨ ਜਥੇਬੰਦੀਆਂ ਨੂੰ ਕਹਿਣੀ ਚਾਹੀਦੀ ਸੀ ਤੇ ਉਹ ਇੱਕ ਨਿਹੰਗ ਸਿੰਘ ਕਹਿ ਗਿਆ। ਬਿਲਕੁਲ ਬਿਲਕੁਲ, ਬੜੇ ਬਾਖੂਬ ਤਰੀਕੇ ਨਾਲ ਕਹੀ ਉਹਨੇ। ਵੱਡੀ ਗੱਲ ਇਹ ਹੈ ਕਿ ਅਸੀਂ ਨਿਹੰਗ ਸਿੰਘਾਂ ਨੂੰ ਹੁਣ ਤੱਕ ਅਸੀਂ ਤਾਂ ਨਹੀਂ, ਮਤਲਬ ਸਾਡਾ ਭਾਈਚਾਰਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹਨਾਂ ਨੂੰ ਭੰਗ ਪੀਣੇ ਜਾਂ ਹੋਰ ਏਦਾਂ ਦੀਆਂ ਗੱਲਾਂ ਨਾਲ ਜੋੜਦਾ ਰਿਹਾ ਵੀ, ਜਾਂ ਏਦਾਂ ਉਦਾਂ। ਪਰ ਜੇ 1947 ਤੋਂ ਲੈ ਕੇ ਹੁਣ ਤੱਕ ਜੀ ਬੇਅਦਬੀ ਦੀ ਘਟਨਾ ਤੇ ਜੇ ਮੌਕੇ ਤੇ ਸਜ਼ਾ ਦਿੱਤੀ ਆ, ਤਾਂ ਇਹ ਘਟਨਾ ਹੋਈ ਹੈ ਜੀ ਪਹਿਲੀ ਘਟਨਾ। ਇਹਨੂੰ ਇੱਕ ਇਨਕਲਾਬੀ ਘਟਨਾ ਕਿਹਾ ਜਾਊਗਾ। ਇਸ ਨੇ ਆਉਣ ਵਾਲੇ ਸਮੇਂ ਤੇ ਅਸਰ ਪਾਉਣਾ, ਇਤਿਹਾਸਕ ਅਸਰ ਪੈਣਾ ਇਸ ਘਟਨਾ ਦਾ, ਇਹ ਗੱਲ ਮੰਨ ਕੇ ਚੱਲੋ। ਪਰ ਤੁਹਾਨੂੰ ਨਹੀਂ ਲੱਗਦਾ ਜਿਹੜੇ ਲੋਕ ਕਮੈਂਟ ਦੇ ਵਿੱਚ ਇਹ ਕਰਦੇ ਆ ਵੀ ਕਿਸਾਨ ਅੰਦੋਲਨ ਨੂੰ ਡੈਫੀਨੇਟਲੀ ਇਹਦੇ ਨਾਲ ਫਰਕ ਪਵੇਗਾ? ਨਹੀਂ ਫਰਕ ਪੈਣਾ। ਦੇਖੋ ਉਹ ਕਹਿੰਦੇ ਆ ਵੀ ਜੇ ਇਸ ਨੂੰ ਸੋਧਾ ਲਾਣਾ ਹੀ ਸੀ, ਕਿਉਂ ਨਾ ਇਸ ਨੂੰ ਥੋੜਾ ਜਿਹਾ ਬਾਹਰ ਜਾ ਕੇ ਲਾ ਦਿੰਦੇ, ਵੀ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਹੀ ਕਿਉਂ ਲਾਇਆ ਗਿਆ? ਦੇਖੋ ਜਿੱਥੇ ਬੇਅਦਬੀ ਹੋਈ ਹੈ, ਜੇ ਉੱਥੇ ਹੀ ਭੋਗ ਪੈ ਜੇ ਨਾਲ ਦੀ ਨਾਲ, ਹਨਾ, ਤਾਂ ਮੈਨੂੰ ਲੱਗਦਾ ਕੋਈ ਇਹਦੇ 'ਚ ਮਾੜੀ ਗੱਲ ਨਹੀਂ ਹੋਈ ਹੈਗੀ, ਕੋਈ ਬੁਰੀ ਗੱਲ ਨਹੀਂ ਹੋਈ ਹੈਗੀ। ਇਹਦੇ ਨਾਲ ਫਰਕ ਨਹੀਂ ਪੈਣਾ। ਇੰਡੀਅਨ ਮੀਡੀਆ ਤਾਂ ਸ਼ੁਰੂ ਤੋਂ ਹੀ ਰੌਲਾ ਪਾ ਰਿਹਾ ਜੀ, ਉਹਨੇ ਇਹ ਘਟਨਾ ਤੇ ਤਾਂ ਪਾਣਾ ਹੀ ਪਾਉਣਾ ਸੀ। ਜਦੋਂ ਉੱਥੇ ਲੰਗਰ ਚੱਲੇ, ਇੰਡੀਅਨ ਮੀਡੀਆ ਨੇ ਤਾਂ ਉਦੋਂ ਰੌਲਾ ਪਾਇਆ ਕਿ ਇਹ ਜੇ ਫੰਡ ਕਿੱਥੋਂ ਆ ਰਹੇ ਨੇ, ਇਹਨਾਂ ਨੂੰ ISI ਬੈਕ ਕਰ ਰਹੀ ਆ, ਇਹ ਪਾਕਿਸਤਾਨ ਪੈਸਾ ਭੇਜ ਰਿਹਾ। ਭਾਜੀ ਉਹਦਾ ਕੀ ਜਵਾਬ ਸੀ ਕਿਸੇ ਕੋਲ, ਠੀਕ ਹੈ ਨਾ। ਤੇ ਫਿਰ ਉਹ ਜਿਹੜੇ ਨਿਸ਼ਾਨ ਸਾਹਿਬ ਹੁੰਦੇ ਸੀ, ਉਹਨਾਂ ਤੇ ਇੰਡੀਅਨ ਮੀਡੀਆ ਨੇ ਇੰਨਾ ਰੌਲਾ ਪਾਇਆ। ਮੈਂ ਕਹਿੰਦਾ ਕਿ ਕੱਲੀ ਗੱਲ ਦਾ ਉਹਨਾਂ ਨੇ ਰੌਲਾ ਪਾਇਆ, ਠੀਕ ਹੈ ਨਾ। ਸੋ ਇਹ ਗੱਲ ਦਾ ਰੌਲਾ ਨਹੀਂ ਪਾਊਗਾ, ਇਹ ਕਿਵੇਂ ਹੋ ਸਕਦਾ? ਪਾਈ ਜਾਵੇ ਰੌਲਾ, ਹੈ ਨਾ, ਕਿਉਂਕਿ ਉਹ ਧਿਰ ਬਣ ਕੇ ਲੜ ਰਹੀ ਹੈ। ਉਹਨੇ ਕਦੇ ਤੁਹਾਡੇ ਹੱਕ 'ਚ ਆਉਣਾ ਨਹੀਂ ਹੈਗਾ, ਕਦੇ ਵੀ ਨਹੀਂ ਆ ਸਕਦੀ। ਤੁਸੀਂ ਉਹਨਾਂ ਨੂੰ ਬੁਲਾ ਕੇ ਲੰਗਰ ਛਕਾਉਂਦੇ ਸੀ, ਉੱਥੇ ਬਿਠਾਉਂਦੇ ਸੀ ਉਹਨਾਂ ਪੱਤਰਕਾਰਾਂ ਨੂੰ, ਉਹ ਲੰਗਰ ਛਕਦੇ ਸੀ, ਬੈਠਦੇ ਸੀ, ਛਕ ਕੇ ਫਿਰ ਵੀ ਛਕ ਕੇ ਲੰਗਰ ਦਾ ਪਾਣੀ ਦਾ ਪੀ ਕੇ ਗਲਾਸ ਢਕਾਰ ਮਾਰ ਕੇ ਮਾਈਕ ਜਾਗੇ ਕਰਕੇ ਕਹਿੰਦੇ ਸੀ ਆਪਕੋ ਫੰਡ ਕਹਾਂ ਸੇ ਆ ਰਹੇ ਹੈ। ਵੀ ਹੱਦ ਹੈ ਭਰਾਵਾ। ਮਤਲਬ ਉਹਨੇ ਉਦਾਂ ਹੀ ਰਹਿਣਾ, ਉਹ ਉੱਧਰ ਹੀ ਰਹਿਣਾ, ਜਿੱਥੋਂ ਬਹਿ ਕੇ ਤੁਸੀਂ ਛਕਿਆ। ਉਹਦਾ ਪਾਲਾ ਆ ਉਹ,
ਉਹਨੇ ਆਪਣੀ ਧਿਰ ਦੀ ਗੱਲ ਕਰਨੀ ਹੈ। ਜੋ ਸਟੇਟ ਨੇ ਉਹਨੂੰ ਹੱਲਾਸ਼ੇਰੀ ਦਿੱਤੀ ਹੈ, ਸ਼ਾਬਾਸ਼ ਦਿੱਤੀ ਹੈ, ਸਟੇਟ ਦੇ ਟੁਕੜੇ ਨੇ ਉਹਦੇ ਮੂੰਹ 'ਚ ਜਾ ਰਹੇ, ਉਹਦੀ ਪੂੰਛ ਉਹਨਾਂ ਲਈ ਹਿੱਲ ਰਹੀ ਹੈ, ਉਹ ਉਹਦੇ ਲਈ ਕੰਮ ਕਰਨਾ। ਸੋ ਇਹ ਇਸ ਸੰਘਰਸ਼ ਦੀ ਖਾਸੀਅਤ ਆ, ਇਸ ਸਾਰੇ ਜੋ ਕਿਸਾਨ ਅੰਦੋਲਨ ਹੈ, ਇਹਦੀ ਖਾਸੀਅਤ ਹੈ ਇਹ। ਇਸੇ ਕਰਕੇ ਤਾਂ ਟਕੈਤ ਨੂੰ ਪ੍ਰੋਜੈਕਟ ਕੀਤਾ ਇਸ ਸੰਘਰਸ਼ ਦੇ ਵਿੱਚ, ਤਾਂ ਕਿ ਜਿਹੜਾ ਪੰਜਾਬ ਦੇ ਸਿਰ ਪੱਗ ਵੱਜਦੀ ਹੈ ਸੰਘਰਸ਼ ਦੀ, ਇਸ ਸਿਹਰਾ ਵੱਜਦਾ, ਉਹ ਗੱਲ ਨਾ ਜਾਵੇ ਹਿੰਦੁਸਤਾਨ ਦੇ ਵਿੱਚ। ਹਿੰਦੁਸਤਾਨ ਦੇ ਜਿਹੜੇ ਲੋਕ ਨੇ, ਭਾਰਤ ਦੇ ਜਿਹੜੇ ਲੋਕ ਨੇ, ਉਹ ਕਿਤੇ ਇਹ ਨਾ ਕਹਿਣ ਵੀ ਇਹ ਯਾਰ ਇਹ ਕਿੱਦਾਂ ਦੀ ਜਾਤ ਕੌਮ ਹੈ, ਇਹ ਕਿੱਦਾਂ ਦਾ ਧਰਮ ਹੈ, ਇਹ ਕਿੱਦਾਂ ਦੇ ਲੋਕ ਨੇ ਜਿਹੜੇ ਐਨੇ ਲਗਾਤਾਰ ਬੈਠੇ ਨੇ ਤੇ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਲੰਗਰ ਚਲਾ ਰਹੇ ਨੇ, ਲੋਕਾਂ ਨੂੰ ਵੀ ਛਕਾ ਰਹੇ ਨੇ, ਬੱਚਿਆਂ ਨੂੰ ਪੜ੍ਹਾ ਰਹੇ ਨੇ, ਉੱਥੇ ਬੱਚੇ ਉੱਥੇ ਪੜ੍ਹ ਰਹੇ ਨੇ। ਯਾਰ ਕਿਉਂ ਨਾ ਮੈਂ ਏਦਾਂ ਦਾ ਹੀ ਬਣ ਜਾ। ਉਹ ਡਰਦੇ ਆ, ਉਹ ਇਸ ਗੱਲ ਤੋਂ ਡਰਦੇ ਆ ਵੀ ਕਿਤੇ ਇਹ ਇੱਕ ਸੰਘਰਸ਼ ਜਿੱਦਾਂ ਕਿਸਾਨੀ ਸੰਘਰਸ਼ ਬਣਿਆ, ਕਿਤੇ ਇੱਕ ਸਿੱਖੀ ਲਹਿਰ ਹੀ ਨਾ ਬਣ ਜਾਵੇ। ਸਿੱਖੀ ਲਹਿਰ, ਉਸ ਤੋਂ ਡਰਦੇ ਨੇ ਉਹ, ਠੀਕ ਹੈ ਨਾ, ਵੀ ਸਿੱਖੀ ਲਹਿਰ ਨਾ ਬਣ ਜਾਏ। ਜਦੋਂ ਹੁਣ ਦੇਖੋ ਮਹਾਰਾਜ ਨੇ ਸਿੱਖ ਬਣਾਏ, ਹੁਣ ਇਹ ਉਹਨਾਂ ਨੇ ਪਰਖ ਕਰਕੇ ਤਾਂ ਨਹੀਂ ਬਣਾਏ ਹੈਗੇ ਕਿ ਯਾਰ ਇਹ ਬੰਦਾ ਹੀ ਸਿੱਖੀ ਨਿਭਾ ਸਕਦਾ, ਅੱਗੇ ਤੱਕ ਜਾ ਸਕਦਾ। ਉਹ ਤਾਂ ਕਹਿੰਦੇ ਵੀ ਇਹ ਤੇਰੇ ਮਨ ਨੂੰ ਬਦਲਣਾ ਪਊਗਾ, ਪਹਿਲਾਂ ਮਨ ਨੂੰ ਬਦਲ, ਮਨ ਤੋਂ ਤੂੰ ਇਹ ਧਾਰ ਕਿ ਮੈਂ ਸਟੂਡੈਂਟ ਹਾਂ, ਮੈਂ ਤਾਲਿਬ ਹਾਂ, ਮੈਂ ਸਿੱਖ, ਠੀਕ ਹੈ ਨਾ। ਫਿਰ ਜਦੋਂ ਉਹਦੇ ਚ ਚੱਲਦਾ ਜਾਏਗਾ, ਮਾਂਜ ਲਏਗਾ ਆਪਣੇ ਆਪ ਨੂੰ, ਚੰਗੀ ਤਰ੍ਹਾਂ ਸਿੱਖ ਬਣ ਜਾਊਗਾ। ਤੇ ਉਹਦੇ ਚ ਕੋਈ ਕਿੱਥੋਂ ਸੀ, ਬਿਦਰ ਤੋਂ ਸੀ, ਕੋਈ ਹਸਤਨਾਪੁਰ ਤੋਂ ਸੀ, ਕੋਈ ਕਿੱਥੋਂ ਸੀ, ਹੈ ਨਾ ਜੀ। ਮਤਲਬ ਜੇ ਹੁਣ ਕੋਈ ਕੇਰਲਾ ਤੋਂ ਜਾਂ ਕਰਨਾਟਕ ਤੋਂ ਆ ਕੇ ਉਹ ਦੇਖੂਗਾ ਪ੍ਰਭਾਵਿਤ ਹੁੰਦਾ, ਸਿੱਖ ਬਣ ਜੇ, ਅਸੀਂ ਉਹਨੂੰ ਰੋਕ ਥੋੜੀ ਸਕਦੇ ਹਾਂ। ਤਾਂ ਕੀ ਪਤਾ ਉਹ ਸਾਡੇ ਤੋਂ ਵੀ ਪੱਕਾ ਸਿੱਖ ਬਣ ਜੇ। ਬਣੇ ਆ ਜੀ, ਸਾਡੇ ਕੋਲ ਐਗਜ਼ਾਮਪਲਸ ਨੇ। ਤੇ ਕੀ ਪਤਾ ਉਹਦੇ ਅੰਦਰ ਏਦਾਂ ਦੀ ਇਨਕਲਾਬੀ ਧਾਰਾ ਜਾਗ ਪਏ ਕਿ ਉਹ ਕਰਨਾਟਕ 'ਚ ਜਾ ਕੇ ਸਿੱਖੀ ਦਾ ਝੰਡਾ ਚੜਾ ਦੇਵੇ, ਕਹੇ ਕਿ ਮੈਂ ਤਾਂ ਕਰਨਾਟਕ ਦਾ ਜਿਹੜਾ ਸਟੇਟ ਦਾ ਸਿਸਟਮ ਹੈ ਉਹਨੂੰ ਬਦਲਣਾ, ਮੈਨੂੰ ਇਹ ਸਿਸਟਮ ਪਸੰਦ ਨਹੀਂ। ਕਿਉਂਕਿ ਜਿਹੜਾ ਸਿੱਖ ਹੋਊਗਾ ਉਹਦੇ ਅੰਦਰ ਬਦਲਾਅ ਦੀ ਭਾਵਨਾ ਤੁਹਾਨੂੰ ਸਾਫ਼ ਨਜ਼ਰ ਆਊਗੀ। ਉਹਦੀਆਂ ਅੱਖਾਂ ਨੂੰ ਦੁਨੀਆ 'ਚ ਚੱਲਦਾ ਜਿਹੜਾ ਕੁਕਰਮ ਜਾਂ ਦੁਨੀਆ 'ਚ ਜਿਹੜੀ ਲੁੱਟ ਚੱਲ ਰਹੀ ਹੈ ਉਹਨੂੰ ਪਸੰਦ ਨਹੀਂ, ਉਹ ਬਰਦਾਸ਼ਤ ਨਹੀਂ ਕਰੇਗਾ। ਜਿਹੜਾ ਸਿੱਖ ਨਹੀਂ ਉਹ ਬਰਦਾਸ਼ਤ ਕਰੇਗਾ, ਬਲਕਿ ਉਹ ਉਸ ਲੁੱਟ 'ਚ ਸ਼ਾਮਲ ਹੋਏਗਾ ਖੁਦ। ਸੋ ਇਸ ਕਰਕੇ ਇਸ ਗੱਲ ਤੋਂ ਡਰਦੇ ਨੇ। ਸਿਸਟਮ ਹੈ ਉਹ ਉਸੇ ਦਾ ਘੜਿਆ ਹੋਇਆ, ਗੀਤਾ ਤੋਂ ਚੱਲ ਰਿਹਾ, ਉਹ ਗੀਤਾ ਤੇ ਆਧਾਰਿਤ ਹੈ। ਉਹ ਕਹਿੰਦਾ ਕਰਮ ਕੀ ਹੈ ਜਾਂ ਫਲ ਕੀ ਇੱਛਾ ਮਤ ਕਰ, ਠੀਕ, ਉਹਨੇ ਪੜ੍ਹਾਇਆ ਹੋਇਆ ਸਾਨੂੰ। ਉਹ ਕਹਿੰਦਾ ਵੀ ਕੰਮ ਕਰੀ ਚੱਲ, ਇਹ ਨਾ ਭਾਲ ਵੀ ਸ਼ਾਮ ਨੂੰ ਤੈਨੂੰ ਜਿਹੜਾ ਦਿਹਾੜੀ ਮਿਲੂ ਜਾਂ ਨਹੀਂ ਮਿਲੂ, ਜਾਂ ਕਿੰਨੀ ਮਿਲੂ ਜਾਂ ਕਿੰਨੀ ਨਹੀਂ ਮਿਲੂ, ਠੀਕ ਹੈ ਨਾ। ਉਹ ਸਿੱਧੀ ਲੁੱਟ ਹੈ ਤੇ ਉਹ ਸਿਖਾ ਰਿਹਾ, ਫਸਾ ਰਿਹਾ ਤੁਹਾਨੂੰ। ਤੇ ਉਹ ਸਿਸਟਮ ਦੇ ਖਿਲਾਫ ਅਸੀਂ ਲੜ ਰਹੇ ਹਾਂ, ਉਸ ਸਿਸਟਮ ਦੇ ਖਿਲਾਫ ਲੜ ਰਹੇ ਹਾਂ ਜੀ। ਹੁਣ ਅਸੀਂ ਗੱਲ ਕਰਦੇ ਹਾਂ ਉਸ ਬਿਆਨ ਦੀ, ਜਿਹੜੀ ਸਰਦਾਰ ਪਰਮਿੰਦਰ ਸਿੰਘ ਮਾਂਗਟ ਤੁਹਾਡੇ ਸਾਥੀ ਹੈ, ਤੁਸੀਂ ਸਭ ਨੇ ਰਲ ਕੇ ਇਹ ਫੈਸਲਾ ਕੀਤਾ ਵੀ ਅਸੀਂ ਉਸ ਨਿਹੰਗ ਸਿੰਘ ਦੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੋ ਵੀ ਖਰਚਾ ਆਏਗਾ, ਚਾਹੇ ਉਹ ਵਕੀਲਾਂ ਦੀ ਫੀਸਿਸ ਹੋਣ ਜਾਂ ਕੋਈ ਵੀ ਖਰਚਾ ਹੋਵੇ, ਉਹ ਤੁਹਾਡੇ ਵੱਲੋਂ ਪੇ ਕੀਤਾ ਜਾਵੇਗਾ। ਇਹਦੇ ਵਿੱਚ ਕੀ ਸੱਚਾਈ ਹੈ ਜੀ? ਬਿਲਕੁਲ ਸੱਚ ਹੈ ਜੀ। ਭਾਈ ਪਰਮਿੰਦਰ ਸਿੰਘ ਮਾਂਗਟ ਹੋਰੀ ਇੱਥੋਂ ਦੇ ਜਿਹੜੇ ਉਦਮੀ ਨੇ, ਐਰੀਜ਼ੋਨਾ ਦੇ, ਅਮਰੀਕਾ ਦੇ, ਮੈਂ ਕਹਿੰਦਾ ਜਿਹੜੇ 94 ਸਿੱਖ ਨੇ ਉਹਨਾਂ ਚੋਂ ਇੱਕ ਹੈ ਉਹਨਾਂ ਦਾ ਨਾਮ, ਤੇ ਵੱਡੇ ਕਾਰੋਬਾਰੀ ਨੇ ਜੀ। ਸੋ ਹੁਣੇ ਉਹਨਾਂ ਨੇ ਫਿਲਮ ਪ੍ਰੋਡਕਸ਼ਨ ਦੇ ਵਿੱਚ ਵੀ ਪੈਰ ਧਰਿਆ ਤੇ ਉਹ ਚਾਹੁੰਦੇ ਨੇ ਕਿ ਸਿੱਖ ਇਤਿਹਾਸ ਦੇ ਉੱਤੇ ਸਾਰਾ ਕੁਝ ਹੋਣਾ ਚਾਹੀਦਾ। ਪਿੱਛੇ ਜੇ ਉਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਮ ਤੇ ਖੇਡ ਸਟੇਡੀਅਮ ਬਣਾਇਆ ਇੱਥੇ। ਅੱਛਾ, ਐਰੀਜ਼ੋਨਾ ਚ ਜੀ? ਹਾਂਜੀ। ਤੇ ਉਹਦੀ ਉਸਾਰੀ ਚੱਲ ਰਹੀ ਹੈ। ਤੇ ਸਿਰਫ ਪੰਜਾਬੀ ਜਾਂ ਸਿੱਖ ਹੀ ਨਹੀਂ ਉਸ ਗੱਲ ਦੇ ਵਿੱਚ ਸ਼ਾਮਲ ਹੋਏ, ਬਲਕਿ ਹਿੰਦੂ ਵੀਰ ਨੇ ਜਿਹੜੇ ਇੱਥੋਂ ਦੇ ਐਰੀਜ਼ੋਨਾ ਦੇ, ਉਹ ਵੱਡੀ ਗਿਣਤੀ ਦੇ ਵਿੱਚ ਭਾਜੀ ਉਸ ਸਟੇਡੀਅਮ ਦੇ ਵਿੱਚ ਮਤਲਬ ਕਹਿੰਦੇ ਨੇ ਕਿ ਸਾਨੂੰ ਇੰਨੀ ਥਾਂ ਦੇ ਦਿਓ, ਅਸੀਂ ਏਦਾਂ ਕਰਾਂਗੇ, ਓਦਾਂ ਕਰਾਂਗੇ। ਮਤਲਬ ਉਹ ਵੀ ਉੱਥੇ ਆਉਂਦੇ ਨੇ। ਤਾਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਆਉਂਦਾ ਉਹਦੇ ਸਟੇਡੀਅਮ ਦੇ ਵਿੱਚ। ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਤਰਾਜ਼ ਨਹੀਂ ਇਸ ਗੱਲ ਦਾ ਵੀ ਸੰਤ ਭਿੰਡਰਾਂਵਾਲੇ ਸਟੇਡੀਅਮ, ਕਿਉਂਕਿ 3 ਅੱਖਰਾਂ ਚ ਨਾਮ ਆ ਸੰਤ ਭਿੰਡਰਾਂਵਾਲੇ ਸਟੇਡੀਅਮ, ਹਾਂਜੀ, ਠੀਕ ਹੈ, ਵੀ ਤੁਹਾਨੂੰ ਕੋਈ ਇਤਰਾਜ਼ ਜਾਂ ਹੋਰ ਵੀ ਅਸੀਂ ਇਹਦੇ ਤੋਂ ਅਸੀਂ ਭੱਜ ਨਹੀਂ ਸਕਦੇ ਹੈਗੇ, ਹਨਾ। ਹਾਂਜੀ। ਤੇ ਉਹ ਕਹਿੰਦੇ ਵੀ ਸਾਨੂੰ ਇਸ ਗੱਲ ਨਾਲ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ ਨਾ, ਵੀ ਅਸੀਂ ਗੂਗਲ ਕਰ ਲਿਆ, ਅਸੀਂ ਪੜ੍ਹ ਲਿਆ
ਤੇ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਵੀ ਅਸੀਂ ਮਤਲਬ ਉਹ ਸੰਤ ਜਿਹੜਾ ਪੰਜਾਬ ਦੀ ਮਿੱਟੀ, ਪੰਜਾਬ ਦੇ ਪਾਣੀਆਂ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਤੇ ਸ਼ਹੀਦ ਹੋਇਆ, ਉਹਦੇ ਨਾਮ ਤੇ ਅਸੀਂ ਬਣਾ ਰਹੇ ਹਾਂ। ਵੀ ਸਰਕਾਰ ਨੇ ਉਹਨੂੰ ਗਲਤ ਪੋਰਟਰੇ ਕੀਤਾ ਇੰਡੀਅਨ ਮੀਡੀਆ ਨੇ, ਤੇ ਅਸੀਂ ਇਹ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ। ਸੋ ਬੜੇ ਇਸ ਗੱਲ ਤੋਂ ਖੁਸ਼ ਹੋਏ, ਕਹਿੰਦੇ ਵੀ ਜੇ ਮਤਲਬ ਸਪੋਰਟਸ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ। ਸੋ ਇੱਥੋਂ ਦੀਆਂ ਜਿਹੜੀਆਂ ਚੋਣਵੀਆਂ ਸੰਸਥਾਵਾਂ ਨੇ ਉਹ ਮਤਲਬ ਨਾਲ ਨੇ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੋ ਉਹਨਾਂ ਨੇ ਇਹ ਐਲਾਨ ਕੀਤਾ ਅੱਜ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਜਿੰਨੀ ਉਹਦੇ ਲਈ ਉਹ ਵਚਨਬੱਧ ਨੇ ਉਹਦਾ ਖਰਚਾ ਕਰਨ ਦੇ ਲਈ ਪੂਰੀ ਤਰ੍ਹਾਂ। ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ, ਜਿਹੜੇ ਜਥੇਬੰਦੀ ਨਾਲ ਸੰਬੰਧਿਤ ਨੇ, ਉਹਨਾਂ ਲਈ ਵੀ ਕੋਈ ਖਾਸ ਪ੍ਰੋਗਰਾਮ ਹੈਗਾ ਉਹਨਾਂ ਦਾ। ਵੀ ਜਿਵੇਂ ਸਿੰਘਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਘੋੜਿਆਂ ਲਈ ਰਸਤਾਂ, ਸਿੰਘਾਂ ਲਈ ਰਸਤਾਂ। ਹਾਂਜੀ ਹਾਂਜੀ, ਤੇ ਫੁੱਲ ਆਫਰਾਂ ਕੀਤੀਆਂ ਤੁਸੀਂ ਇਹਦੇ ਮਸਲੇ ਦੇ ਲਈ? ਹਾਂਜੀ ਹਾਂ, ਬਿਲਕੁਲ ਬਿਲਕੁਲ, ਹਾਂਜੀ। ਸੋ ਇਹ ਉਹਨਾਂ ਦਾ ਪ੍ਰੋਗਰਾਮ ਹੈ, ਬਿਲਕੁਲ ਸਹੀ ਹੈ। ਮੈਨੂੰ ਤਾਂ ਸਹੀ ਲੱਗਦਾ, ਕਿਉਂਕਿ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ। ਅੱਛਾ, ਇੱਕ ਗੱਲ ਹੋਰ ਮੈਂ ਤੁਹਾਨੂੰ ਹਰਪਾਲ ਸਿੰਘ ਜੀ ਦੱਸ ਦਿਆਂ ਕਿ ਹਿੰਦੁਸਤਾਨ ਦਾ, ਭਾਰਤ ਦਾ ਇਤਿਹਾਸ 1947 ਤੋਂ ਬਾਅਦ ਹੁਣ ਤੱਕ ਜਿਹੜੀਆਂ ਚੋਣਵੀਆਂ ਸਜ਼ਾਵਾਂ ਹੋਈਆਂ ਨੇ ਅਦਾਲਤੀ ਕਾਰਵਾਈਆਂ ਦੇ ਵਿੱਚ, ਤੁਸੀਂ ਦੇਖ ਲਓ, ਪੜ੍ਹ ਲਓ, ਤਾਂ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਪੈਂਤੜੇਬਾਜ਼ੀ ਤੇ ਹੈ ਸਿੱਖ ਕੌਮ ਦੇ ਨਾਲ, ਇੰਡੀਅਨ ਜੁਡੀਸ਼ਰੀ ਜਾਂ ਇੰਡੀਅਨ ਸਿਵਲ ਸਰਵਿਸਿਜ਼, ਤਾਂ ਅਸੀਂ ਅਰਦਾਸ ਕਰਦੇ ਕਿ ਸਿੰਘ ਬਰੀ ਹੋਵੇ, ਹੈ ਨਾ। ਤਾਂ ਲੱਗਦਾ ਕਿ ਮਤਲਬ ਅਦਾਲਤ ਜਿਹੜੀ ਸਖਤ ਸਜ਼ਾ ਦੇ ਸਕਦੀ ਹੈ, ਠੀਕ ਹੈ ਨਾ। ਪਰ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਸਿੰਘ ਬਰੀ ਹੋ ਕੇ ਬਾਹਰ ਆਵੇ। ਤੇ ਜਿਹੜਾ ਕੰਮ ਭਾਈ ਰਣਜੀਤ ਸਿੰਘ ਨੇ ਕੀਤਾ, ਮੈਂ ਕਹਿੰਦਾ ਕਿ ਉਹੀ ਕੰਮ ਭਾਈ ਸਰਬਜੀਤ ਸਿੰਘ ਹੋਰਾਂ ਦੇ, ਭਾਈ ਨਰੈਣ ਸਿੰਘ ਹੋਰਾਂ ਨੇ ਕੀਤਾ। ਤੇ ਉਹ ਬਿਲਕੁਲ ਉਹ ਹੱਕਦਾਰ ਨੇ ਸਾਡੀਆਂ ਅਰਦਾਸਾਂ ਦੇ, ਤੇ ਸਾਡੇ ਵੱਲੋਂ ਕੋਈ ਵੀ ਜੋ ਤਿਲ ਫੁੱਲ ਕੀਤੀ ਜਾਂਦੀ ਹੈ ਤਾਂ ਉਹਦੇ ਹੱਕਦਾਰ ਨੇ ਸਹੀ ਅਰਥਾਂ ਦੇ ਵਿੱਚ। ਤੇ ਮੈਂ ਤਾਂ ਇਹ ਵੀ ਗੱਲ ਕੀਤੀ ਸੀ ਕਿ ਬੇਅਦਬੀਆਂ ਦਾ ਇੱਕ ਸਿਲਸਿਲਾ ਜਿਹਾ ਸ਼ੁਰੂ ਹੋ ਗਿਆ ਸੀ, ਤੇ ਹੁਣ ਠੱਲ ਪਊਗੀ? ਠੱਲ ਪਊਗੀ। ਤੇ ਮੈਂ ਤਾਂ ਇਹ ਵੀ ਗੱਲ ਕਰਦਾ ਕਿ ਜੇ ਸ਼੍ਰੋਮਣੀ ਕਮੇਟੀ ਦੀ ਥਾਂ ਦੇ ਉੱਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ, ਜਿਹੜੀਆਂ ਚੋਣਵੀਆਂ ਨੇ, ਜਿਹੜੀਆਂ ਸਰਕਰਦਾ ਜਥੇਬੰਦੀਆਂ ਨੇ, ਬਹੁਤ ਜਥੇ ਹੈਗੇ ਨੇ ਭਾਜੀ ਏਦਾਂ ਦੇ, ਕੁਛ ਜਿਹੜੇ ਲੀਡਰ ਨੇ ਇਹਨਾਂ ਦੇ ਬੁੱਢਾ ਦਲ ਨੂੰ ਤੇ ਜਾਂ ਹੋਰ ਇਹਨਾਂ ਨੂੰ ਛੱਡ ਕੇ, ਤਾਂ ਇਹਨਾਂ ਨੂੰ ਇਹ ਪ੍ਰਬੰਧ ਗੁਰਦੁਆਰਿਆਂ ਦਾ ਸੰਭਾਲਣਾ ਚਾਹੀਦਾ। ਫਿਰ ਦੇਖਣਾ ਕਿਤੇ ਕੋਈ ਸਵਾਲ ਨਹੀਂ ਪੈਦਾ ਹੁੰਦਾ ਕੋਈ ਮਹਾਰਾਜ ਦੀ ਬੇਅਦਬੀ ਹੋ ਜੇ। ਤੇ ਏਦਾਂ ਦੀ ਗੱਲ ਵੱਧ ਤੋਂ ਵੱਧ ਕਰਨੀ ਚਾਹੀਦੀ, ਤਾਂ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਿਹੜਾ ਹੈ ਉਹ ਗੁਰਦੁਆਰਾ ਪ੍ਰਬੰਧ ਦੀ ਸੇਵਾ ਸੰਭਾਲ, ਜਾਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਉਹਨਾਂ ਨੂੰ ਡਿਊਟੀ ਕਰਨ ਦੀ ਸੇਵਾ ਜਿਹੜੀ ਹੈ ਉਹ ਸੌਂਪੀ ਜਾਣੀ ਚਾਹੀਦੀ ਹੈ ਜੀ। ਤੇ ਅੰਤ ਦੇ ਵਿੱਚ ਤੁਸੀਂ ਕੋਈ ਜੇ ਇਸ ਮਸਲੇ ਦੇ ਉੱਤੇ ਸਮੂਹ ਸਿੱਖ ਜਗਤ ਨੂੰ ਕੋਈ ਮੈਸੇਜ ਦੇਣਾ ਚਾਹੋ? ਹਾਂ ਬਿਲਕੁਲ, ਸਾਰੇ ਪੰਜਾਬ ਦੇ ਜਿਹੜੇ ਸਾਡੇ ਦੋਸਤ ਨੇ, ਭਰਾ ਨੇ, ਗੁਰਸਿੱਖ ਵੀਰ ਨੇ, ਭੈਣਾਂ ਨੇ, ਬੀਬੀਆਂ ਨੇ, ਮਾਈਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਦੇਖੋ ਕਿ ਕੋਈ ਪਾਗਲ ਬੰਦਾ ਤਾਂ ਨਹੀਂ ਹੈ, ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਤਾਂ ਨਹੀਂ, ਕਿਤੇ ਉਹ ਘਰੋਂ ਗਾਇਬ ਤਾਂ ਨਹੀਂ ਹੈਗਾ। ਇੱਕ ਗੱਲ ਤਾਂ ਇਹ ਵੀ ਕਿਤੇ ਉਹਦਾ ਇਲਾਜ ਜਿਹੜਾ ਹੈ ਉਹ ਮਹਿੰਗਾ ਨਾ ਪੈ ਜੇ ਉਹਨੂੰ, ਠੀਕ ਹੈ ਨਾ। ਜਿਵੇਂ ਉੱਥੇ ਸਿੰਘੂ ਬਾਰਡਰ ਦੇ ਉੱਤੇ ਇਲਾਜ ਕੀਤਾ ਸਿੰਘਾਂ ਨੇ ਮਾਨਸਿਕ, ਹੁਣ ਮਾਨਸਿਕ ਰੋਗੀਆਂ ਦਾ ਇਲਾਜ ਦੇਖੋ ਬੜੇ ਚੰਗੀ ਤਰ੍ਹਾਂ ਉਹਨਾਂ ਨੇ ਕੀਤਾ। ਮਾਨਸਿਕ ਰੋਗੀ ਨੂੰ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਲੱਭਦਾ, ਉਹ ਕਿਤੇ ਹੋਰ ਕਿਉਂ ਨਹੀਂ ਜਾਂਦਾ ਹੈਗਾ, ਠੀਕ ਹੈ ਨਾ ਜੀ। ਇਹ ਸੋਚਣ ਵਾਲੀ ਗੱਲ ਹੈ। ਤੇ ਦੂਜੀ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਾਂ ਹੋਰ ਜਿਹੜੇ ਕੈਮਰੇ ਨੇ ਜਾਂ ਹੋਰ ਕੈਮਰੇ ਵੀ, ਮਤਲਬ ਅਸੀਂ ਇਹ ਸੋਚ ਲੈਂਦੇ ਹਾਂ ਕੈਮਰਾ ਲਾਤਾ ਸਾਡੀ ਡਿਊਟੀ ਖਤਮ। ਹਾਂਜੀ, ਵੀ ਸਾਰਾ ਕੁਝ ਕੈਮਰੇ ਨੇ ਹੀ ਰੋਕਣਾ। ਹਾਂ, ਕੈਮਰੇ ਨੇ ਤਾਂ ਉਹਨੂੰ ਕੈਪਚਰ ਕਰਨਾ ਘਟਨਾ ਨੂੰ। ਕਈ ਘਟਨਾਵਾਂ ਹੋਈਆਂ ਅਸੀਂ ਕੈਮਰੇ ਤੇ ਦੇਖੀਆਂ, ਉਹ ਸਗੋਂ ਜ਼ਿਆਦਾ ਹਿਰਦੇ ਬਲੁੰਦਰੇ ਜਾਂਦੇ ਨੇ। ਉਹ ਚੌਰ ਸਾਹਿਬ ਕਰਦੇ ਹੁੰਦੇ ਆ ਤੇ ਉਹ ਪਿੱਛੋਂ ਆ ਕੇ ਕੁਛ ਨਾ ਕੁਛ ਬੇਅਦਬੀ ਕਰਨ ਦੇ ਮੂਡ 'ਚ ਵੀ ਆਉਂਦੇ ਆ, ਜਦ ਕਿ ਤੇ ਤੁਹਾਨੂੰ ਲੱਗਦਾ ਵੀ ਅਸੀਂ ਇੰਨੇ ਜ਼ਿਆਦਾ ਗੱਲ ਤਾਂ ਕਰਦੇ ਆ ਸ਼ਰਧਾ ਦੀ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਾਤ ਨੂੰ 2 ਸਿੰਘਾਂ ਦੀ ਡਿਊਟੀ ਚਾਹੀਦੀ ਹੈ ਗੁਰੂ ਘਰ ਦੇ ਵਿੱਚ, ਬਦਲ ਕੇ, ਭਾਵੇਂ ਵਲੰਟੀਅਰਲੀ ਕਰਨ, ਬਦਲ ਕੇ ਸਿੰਘ ਕਰਨ। ਹਾਂ ਬਿਲਕੁਲ, ਪਿੰਡ ਪੱਧਰ ਤੇ ਇਹ ਸੇਵਾ ਲੱਗ ਸਕਦੀ ਹੈ। ਜਦੋਂ ਅਸੀਂ
ਪਿੰਡਾਂ ਦੇ ਵਿੱਚ ਚੋਰੀਆਂ ਵੱਜਣ, ਅਸੀਂ ਠਿੱਕਰੀ ਪਹਿਰੇ ਲਾਉਂਦੇ ਹੁੰਦੇ ਹਾਂ ਪਿੰਡਾਂ 'ਚ। ਹਾਂ ਤੇ ਕੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ, ਅਦਬ ਦੀ, ਸਤਿਕਾਰ ਦੀ ਗੱਲ ਆਉਂਦੀ ਆ, ਫਿਰ ਸਾਨੂੰ ਨਹੀਂ ਚਾਹੀਦਾ ਵੀ ਅਸੀਂ ਇੱਥੇ ਵੀ ਉਹ ਪਹਿਰੇ ਲਗਾਇਆ ਕਰੀਏ ਜਾਂ ਫਿਰ ਇਸ ਪਾਸੇ ਵੱਲ ਧਿਆਨ ਦਈਏ? ਹਾਂ, ਕੀ ਅਸੀਂ 2 ਬੰਦੇ ਪਹਿਰਾ ਨਹੀਂ ਦੇ ਸਕਦੇ ਇੱਕ ਪਿੰਡ 'ਚੋਂ? ਇੱਕ ਰਾਤ ਨੂੰ 2 ਬੰਦੇ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਹੀ ਦੇਣਾ ਨਾ। ਫਿਰ ਸਵੇਰੇ 4 ਵਜੇ ਤੱਕ ਭਾਈ ਜੀ ਉੱਠ ਜਾਂਦੇ ਨੇ। ਬੜਾ ਈਜ਼ੀ ਹੈ ਇਹ ਸਾਰਾ ਕੁਝ। ਜਿਹੜੀ ਸ਼੍ਰੋਮਣੀ ਕਮੇਟੀ ਆ, ਫਿਰ ਮੇਰਾ ਇੱਕ ਲਾਸਟ ਸਵਾਲ ਹੈ ਤੁਹਾਨੂੰ, ਵੀ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਦੇਖਦੇ ਹੋ? ਵੀ ਡਿਊਟੀ ਦਾ ਉਸਦਾ ਸਾਰਾ ਪ੍ਰਬੰਧ ਹੀ ਗੁਰਦੁਆਰਿਆਂ ਦੇ ਸੇਵਾ ਸੰਭਾਲ ਪ੍ਰਬੰਧ ਨੂੰ ਸੰਭਾਲਣ ਵਾਸਤੇ 1920 ਦੇ ਵਿੱਚ ਕਮੇਟੀ ਬਣਦੀ ਹੈ। ਹੁਣ ਤੱਕ ਹਾਂ, ਮੈਂ ਤੁਹਾਡਾ ਸਵਾਲ ਸਮਝ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਦੇ ਅਧੀਨ ਹੈ ਪੂਰੀ ਤਰ੍ਹਾਂ। ਜਿਹੜਾ ਕਹਿੰਦੇ ਨੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਇਹ ਜੀ ਉਹ ਜੀ, ਸਭ ਇਹ ਝੂਠ ਹੈ। ਕੋਈ ਮਿੰਨੀ ਪਾਰਲੀਮੈਂਟ ਨਹੀਂ ਹੈਗੀ ਸਿੱਖਾਂ ਦੀ, ਠੀਕ ਹੈ ਨਾ। ਅੰਮ੍ਰਿਤਸਰ ਦਾ DC ਉਹਦੀ ਕਾਰਵਾਈ ਚਲਾਉਂਦਾ। ਕਹਿਣ ਦਾ ਮਤਲਬ ਹੈ ਅੰਮ੍ਰਿਤਸਰ ਦੇ DC ਦੇ ਥੱਲੇ ਹੈ ਸ਼੍ਰੋਮਣੀ ਕਮੇਟੀ, ਠੀਕ ਹੈ ਨਾ ਜੀ। ਤੇ ਜਿਹੜੀ ਸਟੇਟ ਚਾਹੁੰਦੀ ਹੈ ਜੋ ਹੁਕਮ, ਉਹ ਸ਼੍ਰੋਮਣੀ ਕਮੇਟੀ ਲਾਗੂ ਕਰਦੀ ਹੈ। ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ, ਕੋਈ ਪ੍ਰਧਾਨ ਕੁਛ ਨਹੀਂ ਕਰ ਸਕਦਾ ਜਦੋਂ ਤੱਕ ਉਹਨੂੰ ਸਟੇਟ ਦਾ ਜੋ ਹੁਕਮ ਆਏਗਾ ਉਹੀ ਕਰੇਗਾ। ਮੇਰੀ ਕਿਰਪਾਲ ਸਿੰਘ ਬਡੂੰਗਰ ਨਾਲ ਇੱਕ ਵਾਰੀ ਗੱਲ ਹੋਈ ਜੀ। ਮੈਂ ਕਿਹਾ ਵੀ ਤੂੰ ਇੰਨਾ ਬਜਟ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਤੁਸੀਂ ਪੰਜਾਬ ਦੇ ਮੱਧ ਦੇ ਵਿੱਚ ਜਾਂ ਕਿਸੇ ਉਸ ਹਿੱਸੇ ਦੇ ਵਿੱਚ ਇੱਕ ਇਹੋ ਜਿਹਾ ਹਸਪਤਾਲ ਖੋਲ ਸਕਦੇ ਹੋ? ਇੰਨਾ ਬਜਟ ਆ ਤੁਹਾਡਾ ਕੈਂਸਰ ਦਾ, ਜਿੱਥੇ ਫ੍ਰੀ ਇਲਾਜ ਹੋਵੇ ਸਾਰਿਆਂ ਦਾ ਜੀ, ਕੋਈ ਅਮੀਰ ਗਰੀਬ ਹੋਵੇ। ਮੈਂ ਕਿਹਾ ਫ੍ਰੀ ਇਲਾਜ ਹੋਵੇ ਜੀ। ਮੈਂ ਕਿਹਾ ਇਸ ਕਾਬਿਲ ਹੈਗੀ ਹੈ ਸ਼੍ਰੋਮਣੀ ਕਮੇਟੀ ਜੀ। ਤੇ ਉਹ ਕਹਿੰਦਾ ਵੀ ਮੁੱਠੀ ਜੀ ਬੰਦ ਕਰਕੇ ਕਹਿੰਦਾ ਵੀ ਇਹ ਕੰਮ ਅਸੀਂ ਨਹੀਂ ਕਰ ਸਕਦੇ ਹੈਗੇ। ਉਹ ਕਿਉਂ ਜੀ? ਕਹਿੰਦਾ ਵੀ ਹੁਕਮ ਨਹੀਂ ਹੈਗਾ, ਪਿੱਛੋਂ ਆਕਿਆਂ ਦਾ ਹੁਕਮ ਚੱਲਦਾ। ਇਟ ਮੀਨ ਜਿਵੇਂ ਪਿਛਲੇ ਕਿਸੇ ਸਮੇਂ ਕਹਿੰਦਾ ਜਿਹੜੇ ਕੰਮ ਨਾਲ ਸਿੱਖਾਂ ਦਾ ਨਾਮ, ਸਿੱਖਾਂ ਦੀ ਪੱਗ ਉੱਚੀ ਹੁੰਦੀ ਹੈ, ਸਿੱਖਾਂ ਦਾ ਸਿਰ ਉੱਚਾ ਹੁੰਦਾ, ਉਹ ਅਸੀਂ ਨਹੀਂ ਕਰ ਸਕਦੇ ਹੈਗੇ। ਫਿਰ ਇਹ ਤੁਹਾਨੂੰ ਲੱਗਦਾ ਨਹੀਂ RSS ਨੇ ਇੱਕ ਵਾਰੀ ਬਿਆਨ ਦਿੱਤਾ ਸੀ ਵੀ ਤੁਹਾਡੇ ਜਿਹੜੇ ਜਥੇਦਾਰ ਹੈ ਉਹਨਾਂ ਦੀਆਂ ਤਨਖਾਹਾਂ ਤਾਂ ਅਸੀਂ ਦਿੰਦੇ ਆ? ਤਨਖਾਹਾਂ ਉਹ ਨਹੀਂ ਦਿੰਦੇ, ਸਾਡੀਆਂ ਜੁੱਤੀਆਂ ਸਾਡੇ ਸਿਰ ਨੇ। ਜਥੇਦਾਰ ਉਹਨਾਂ ਦੇ ਹੋ ਚੁੱਕੇ ਨੇ, ਉਹ ਸਾਡੇ ਨਹੀਂ ਹੈਗੇ। ਤਖਤ ਸਾਡੇ ਨੇ, ਜਥੇਦਾਰ ਉਹਨਾਂ ਦੇ ਨੇ, ਸਥਾਨ ਸਾਡੇ ਨੇ, ਮੁਲਾਜ਼ਮ ਉਹਨਾਂ ਦੇ ਨੇ, ਤਨਖਾਹਾਂ ਸਾਡੀਆਂ ਨੇ, ਸਿਰ ਸਾਡਾ, ਚੜਾਵਾ ਅਸੀਂ ਚੜਾਉਂਦੇ ਹਾਂ, ਠੀਕ ਹੈ ਨਾ। ਹੱਲ ਕੀ ਹੈ? ਅਲਟਰਨੇਟ ਕੀ ਹੈ? ਆਲਟਰਨੇਟਿਵ ਦੇਖੋ, ਸਪਸ਼ਟ ਤੌਰ ਦੇ ਉੱਤੇ ਜਿਹੜਾ ਹੈ ਵੋਟਾਂ, ਇਹਦਾ ਇਲਾਜ ਨਹੀਂ। ਚੋਣ ਪ੍ਰਕਿਰਿਆ ਇਹਦਾ ਉਹ ਨਹੀਂ ਹੈ। ਲੋਕਾਂ ਨੂੰ ਜਾਗਣਾ ਪਊਗਾ। ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕਾਲਰ ਤੋਂ ਫੜਨਾ ਪੈਣਾ। ਲੋਕਾਂ ਨੂੰ ਪਤਾ ਨਹੀਂ ਹੈ ਹਾਲੇ, ਸਿੱਖਾਂ ਨੂੰ ਜਾਗਣਾ ਪਏਗਾ। ਸਿੱਖਾਂ ਨੂੰ ਆਪਣੇ ਆਪਣੇ ਏਰੀਏ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਗੁਲਾਮੇ ਤੋਂ ਫੜਨਾ ਪੈਣਾ, ਮਸਲਾ ਹੱਲ ਹੋ ਜਾਣਾ। ਇਹ ਇਲਾਜ ਹੈ ਜੀ ਜਿਹੜਾ ਤੁਸੀਂ ਦੱਸਿਆ ਵੀ ਕਾਲਰ ਤੋਂ ਫੜ ਲਓ, ਤੇ ਉਹ ਨੈਚੁਰਲੀ ਵੀ ਇਹ ਇਲਾਜ ਹੈਗਾ? ਸਵਾਲ ਕਰਨ ਵੀ ਅਸੀਂ ਤੈਨੂੰ ਵੜਨ ਨਹੀਂ ਦੇਣਾ, ਤੇਰੇ ਘਰ ਅੱਗੇ ਅਸੀਂ ਧਰਨਾ ਦੇਣ ਲੱਗੇ ਵੀ ਗੁਰੂ ਦੀ ਹੋ ਗਈ ਬੇਇੱਜ਼ਤੀ ਜੀ, ਤੂੰ ਕਰ ਕੀ ਰਿਹਾ? ਹਾਂ, ਗੁਰੂ ਦੀ ਬੇਅਦਬੀ ਹੋਈ ਹੈ, ਤੂੰ ਕੀ ਕਰ ਰਿਹਾ? ਤੇਰਾ ਕੀ ਫਰਜ਼ ਬਣਦਾ ਉੱਥੇ ਜਨਰਲ ਇਜਲਾਸ 'ਚ ਬੋਲਣ ਦਾ? ਪਰ ਘੱਟੋ ਇੱਕ ਕਦਮ ਇਹ ਵੀ ਚੱਕਿਆ ਜਾ ਸਕਦਾ ਵੀ ਜਿਵੇਂ ਵੱਡੇ ਵੱਡੇ ਫੈਸਲੇ ਕਰਦੇ ਆ ਜਥੇਦਾਰ, ਇੱਕ ਫੈਸਲਾ ਤੁਹਾਨੂੰ ਨਹੀਂ ਲੱਗਦਾ ਇਹ ਹੁਕਮਨਾਮਾ ਜਾਰੀ ਕਰ ਦੇਣਾ ਚਾਹੀਦਾ ਵੀ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਏਰੀਏ ਦੇ ਵਿੱਚੋਂ ਬੇਅਦਬੀ ਹੁੰਦੀ ਹੈ ਜਾਂ ਬੇਅਦਬੀ ਕਰਨ ਵਾਲਾ ਫੜਿਆ ਜਾਂਦਾ, ਸਾਰੀ ਕਾਰਵਾਈ ਉਸ ਮੈਂਬਰ ਤੇ ਹੋਏਗੀ? ਹਾਂ, ਬਿਲਕੁਲ ਬਿਲਕੁਲ। ਹੋਰ ਬਹੁਤ ਸਾਰੀਆਂ ਗੱਲਾਂ ਨੇ ਭਾਜੀ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਹਿਲ ਦੇ ਆਧਾਰ ਦੇ ਉੱਤੇ ਕਰਨਾ ਬਣਦਾ। ਬਹੁਤ ਸਾਰੇ ਕੰਮ ਨੇ ਏਦਾਂ ਦੇ। ਜਥੇਦਾਰ ਪ੍ਰੈਸ ਕਾਨਫਰੰਸ ਕਰਨ, ਉਹਦੇ 'ਚ ਇਹ ਦਿਸ਼ਾ ਨਿਰਦੇਸ਼ ਜਾਰੀ ਕਰਨ, ਉਹ ਹੁਕਮਨਾਮਾ ਬਕਾਇਦਾ ਜਾਰੀ ਕਰਨ ਲੈਟਰ ਪੈਡ ਤੇ ਅਕਾਲ ਤਖਤ ਸਾਹਿਬ ਦੇ, ਕਿ ਹਰ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਆਹ ਡਿਊਟੀ ਹੈ। ਹਰ ਸਿੱਖ ਬੰਦਾ ਆਪਣੇ ਘਰ ਦੇ ਵਿੱਚ ਇੱਕ ਦਰਖਤ ਲਾਵੇ। ਹਰ ਸਿੱਖ ਬੰਦੇ ਦੇ ਘਰ ਦੇ ਵਿੱਚ ਸ਼ਰਾਬ ਨਹੀਂ ਹੋਣੀ ਚਾਹੀਦੀ। ਹਰ ਸਿੱਖ ਬੰਦਾ ਪੜ੍ਹਨਾ ਚਾਹੀਦਾ ਹੈ, ਇੰਨੀਆਂ ਜਮਾਤਾਂ ਘੱਟੋ ਘੱਟ ਪੜ੍ਹਨਾ ਚਾਹੀਦਾ। ਹਰ ਸਿੱਖ ਬੰਦੇ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਕਿਸੇ ਸਿੱਖ ਦੇ ਘਰ ਮਾਦਾ ਭਰੂਣ ਹੱਤਿਆ ਨਹੀਂ ਹੋਣੀ ਚਾਹੀਦੀ। ਹਰ ਸਿੱਖ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੂਗਾ। ਹਰ ਸਿੱਖ ਇਹ ਏਦਾਂ ਦੇ ਹੁਕਮਨਾਮੇ ਜਾਰੀ ਕਰਨੇ ਚਾਹੀਦੇ ਨੇ, ਠੀਕ ਹੈ ਨਾ ਜੀ। ਕਿ ਉਹ ਬੰਦਾ ਸਿੱਖ ਨਹੀਂ ਹੈਗਾ ਜਿਹੜਾ ਫੈਮਿਲੀ ਪਲੈਨਿੰਗ ਕਰੂਗਾ। ਏਦਾਂ ਦੇ ਹੁਕਮਨਾਮੇ ਜਾਰੀ ਕਰਨੇ ਚਾਹੀਦੇ ਨੇ। ਤਾਂ ਇਹ ਸੰਕਟ ਚੋਂ ਕੱਢਣਾ ਪਊਗਾ ਕੌਮ ਨੂੰ ਹੁਣ, ਠੀਕ ਹੈ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ, ਤੁਸੀਂ ਇੰਨਾ ਸਮਾਂ ਕੱਢਿਆ। ਅਸੀਂ ਪੰਜਾਬੀ ਲੋਕ ਚੈਨਲ ਦੇ ਸਮੂਹ ਦਰਸ਼ਕਾਂ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਬਿਜੀ ਸਕੈਜੂਲ ਵਿੱਚੋਂ ਇਹ ਸਮਾਂ ਕੱਢਿਆ, ਬਹੁਤ ਧੰਨਵਾਦ। ਤੁਹਾਡਾ ਵੀ ਸ਼ੁਕਰੀਆ ਹਰਪਾਲ ਸਿੰਘ ਜੀ, ਤੇ ਆਪਣੇ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਦਾ ਮੈਂ ਸ਼ੁਕਰਗੁਜ਼ਾਰ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।